वाहिगुरु जी का खालसा वाहिगुरु जी की फतेह। एजुकेट पंजाब प्रोजेक्ट ਅਤੇ गुरु नानक मल्टी यूनिवर्सिटी ਵੱਲੋਂ गुरमत कैंप जो ऑनलाइन शुरू किया है, सच्ची शख्सियत उसारी कैंप ਸਾਰੇ ਬੱਚਿਆਂ ਦੇ ਧਿਆਨ ਦੇ ਵਿੱਚ ਹੋਏਗਾ ਕਿ ਪਿਛਲੇ ਸਾਲ ਵੀ ਇਹ ਕੈਂਪ ਲੱਗਿਆ ਸੀ। ਲਗਾਤਾਰ 7 ਮਹੀਨੇ ਦਾ ਸਮਾਂ ਬੱਚਿਆਂ ਨੇ ਇਸ ਕੈਂਪ ਨੂੰ ਦਿੱਤਾ ਸੀ। ਸੋ ਇੱਕ ਵਾਰ ਫਿਰ ਤੋਂ ਬੱਚਿਆਂ ਦੀ ਇਹ ਭਾਵਨਾ ਨੂੰ ਮੁੱਖ ਰੱਖਦੇ ਹੋਏ ਕਿ ਬੱਚਿਆਂ ਨੂੰ ਫਿਰ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ, ਸੋ ਇਸ ਸਮੇਂ ਨੂੰ ਸਫਲ ਕਰਨ ਵਾਸਤੇ ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਵੱਲੋਂ ਫਿਰ ਤੋਂ ਸੱਚੀ ਸ਼ਖਸੀਅਤ ਉਸਾਰੀ ਕੈਂਪ ਸ਼ੁਰੂ ਕੀਤਾ ਗਿਆ ਹੈ। ਸੋ ਆਓ ਅੱਜ ਦੇ ਕੈਂਪ ਦੀ ਸ਼ੁਰੂਆਤ ਕਰੀਏ। ਰੋਜ਼ਾਨਾ ਦੀ ਤਰ੍ਹਾਂ ਅੱਜ ਦੇ ਕੈਂਪ ਵਿੱਚ ਜਾਪ ਸੇਵਾ ਨਮਨਦੀਪ ਕੌਰ, ਰਮਨਦੀਪ ਕੌਰ ਬੇਟੇ EPP ਨੰਬਰ 15703 15704 ਮੋਗਾ ਜ਼ੋਨ ਤੋਂ ਇਹ ਬੱਚਿਆਂ ਨੇ ਅੱਜ ਜਾਪ ਸੇਵਾ ਕਰਨੀ ਹੈ ਜੀ। ਨਮਨਦੀਪ ਕੌਰ ਜੀ, ਰਮਨਦੀਪ ਕੌਰ ਜੀ। वाहेगुरु जी का खालसा वाहेगुरु जी की फतेह। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा वाहेगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਤਿੰਨੋਂ ਹੀ ਬੱਚਿਆਂ ਦਾ। ਸੋ ਇੱਕ ਗੱਲ ਅਸੀਂ ਧਿਆਨ ਦੇ ਵਿੱਚ ਰੱਖੀਏ ਜੀ, ਆਜੂਨੀ ਨਹੀਂ ਕਹਿਣਾ, ਅਜੂਨੀ ਹੈ। ਆੜੇ ਨੂੰ ਕੰਨਾ ਨਹੀਂ, ਆੜਾ ਮੁਕਤਾ ਹੈ, ਇਹਨੂੰ ਅਸੀਂ ਅਜੂਨੀ ਉਚਾਰਨ ਕਰਨਾ ਹੈ। ਅਗਲਾ ਉਚਾਰਨ ਗੁਰ ਪ੍ਰਸਾਦ ਨਹੀਂ ਕਹਿਣਾ ਜੀ। ਪ੍ਰਸਾਦ ਭਾਵ ਹੈ ਪਕਵਾਨ ਜਾਂ ਛਕਣ ਵਾਲਾ ਪਦਾਰਥ। ਇੱਥੇ ਅਸੀਂ ਗੁਰ ਪ੍ਰਸਾਦ ਕਹਿਣਾ ਹੈ। ਪ੍ਰਸਾਦ ਭਾਵ ਗੁਰੂ ਦੀ ਕਿਰਪਾ। ਸੋ ਬਹੁਤ ਧੰਨਵਾਦ ਜੀ ਤਿੰਨੋਂ ਹੀ ਬੱਚਿਆਂ ਦਾ। ਅੱਜ ਦੇ ਕੈਂਪ ਵਿੱਚ ਕੀਰਤਨ ਦੀ ਸੇਵਾ ਕਰਨਗੇ ਗੁਰਪਾਰਸ ਸਿੰਘ ਜੀ ਮੁਹਾਲੀ ਤੋਂ। ਇਹਨਾਂ ਨੂੰ ਬੇਨਤੀ ਹੈ ਜੀ ਜੇ ਜੁੜ ਗਏ ਤਾਂ ਆਪਣਾ ਹੈਂਡ ਰੇਜ਼ ਕਰ ਲਓ ਜੀ। ਗੁਰਪਾਰਸ ਜੀ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
जिसनु करे राम तिस नाम सारदा जिसनु करे राम तिस नाम सारदा नाम परवदिगार दा नाम परवदिगार दा नित जपिए सास ग्रास परवदिगार दा नाम परवदिगार दा आप पावन हार आपे ही मारदा सब किछ जाने जान बूझ विचारदा सब किछ जाने जान बूझ विचारदा नाम परवदिगार दा नाम परवदिगार दा नाम परवदिगार दा नाम परवदिगार दा नित जपिए सास ग्रास परवदिगार दा नाम परवदिगार दा अनेक रूप खिन माहे कुदरत तारदा जिसनु लाए सच तिसै उतारदा जिसनु लाए सच तिसै उतारदा नाम परवदिगार दा नाम परवदिगार दा नाम परवदिगार दा नाम परवदिगार दा नित जपिए सास गिरास परवदिगार दा नाम परवदिगार दा जिस दे होवे वल सुख दे हारदा सदाय पग दीवान है हो तिस नमस्कार दा सदाय पग दीवान है हो तिस नमस्कार दा नाम परवदिगार दा नाम परवदिगार दा नाम परवदिगार दा नाम परवदिगार दा नित जपिए सास गिरास परवदिगार दा नाम परवदिगार दा परवदिगार दा नाम परवदिगार दा नाम परवदिगार दा नाम परवदिगार दा वाहेगुरु जी का खालसा वाहेगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਪੁੱਤਰ, ਸ਼ਾਬਾਸ਼ ਜੀ। ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ। ਗੁਰੂ ਅਰਜਨ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 518 ਅੰਗ ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਨੂੰ ਰੋਜ਼ਾਨਾ ਹੀ
ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਨਾ ਚਾਹੀਦਾ ਹੈ ਤੇ ਕੋਈ ਖਾਸ ਵੇਲਾ ਨਹੀਂ ਨਿਸ਼ਚਿਤ ਕੀਤਾ ਕਿ ਇਸ ਵੇਲੇ ਜੁੜਨਾ ਹੈ। ਸਾਸ ਜਦੋਂ ਅਸੀਂ ਸਾਹ ਲੈਂਦੇ ਹਾਂ, ਗਰਾਸ ਜਦੋਂ ਅਸੀਂ ਖਾਣਾ ਖਾ ਰਹੇ ਹਾਂ, ਹਰ ਸਮੇਂ ਅਸੀਂ ਪ੍ਰਮਾਤਮਾ ਨੂੰ ਚੇਤੇ ਰੱਖੀਏ। ਸੋ ਬਹੁਤ ਧੰਨਵਾਦ ਪੁੱਤਰ ਜੀ। ਅੱਜ ਦੇ ਕੈਂਪ ਦਾ ਪਹਿਲਾ ਸੈਸ਼ਨ ਵਾਈਸੀ ਵੀਰ ਬਹਾਦਰ ਸਿੰਘ ਜੀ ਜੋਨ ਧੂਰੀ ਤੋਂ, ਉਹਨਾਂ ਨੇ ਅੱਜ ਦਾ ਪਹਿਲਾ ਸੈਸ਼ਨ ਲੈਣਾ ਹੈ, ਬੱਚਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਈਸੀ ਵੀਰ ਬਹਾਦਰ ਸਿੰਘ ਜੀ ਘਨੌਰੀ ਜੋਨ ਧੂਰੀ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਸਪ੍ਰੀਤ ਸਿੰਘ ਜੀ, ਆਵਾਜ਼ ਆ ਰਹੀ ਹੈ ਵੀਰ ਜੀ ਕਲੀਅਰ? ਹਾਂਜੀ ਆ ਰਹੀ ਹੈ ਵੀਰ ਜੀ। ਓਕੇ ਵੀਰ ਜੀ, ਧੰਨਵਾਦ। ਸੋ ਪਿਆਰੇ ਬੱਚਿਓ ਤੇ ਸਤਿਕਾਰਯੋਗ ਤੁਹਾਡੇ ਮਾਤਾ ਪਿਤਾ, ਸੋ ਤੁਹਾਡਾ ਬੱਚਿਆਂ ਦਾ ਸਭ ਦਾ ਪੇਰੈਂਟਸ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਬੇਟੇ ਕਿ ਤੁਸੀਂ ਕੁਝ ਸਿੱਖਣ ਦੀ ਇੱਛਾ ਨਾਲ ਦੁਬਾਰਾ ਫਿਰ ਆਪਾਂ ਜਿੰਨੇ ਕੁ ਦਿਨ ਸਾਨੂੰ ਇਹ 1 ਹਫ਼ਤਾ 31 ਤਰੀਕ ਤੱਕ ਮਿਲਿਆ, ਦੁਬਾਰਾ ਫਿਰ ਆਪਾਂ ਸਾਰੇ ਇਕੱਠੇ ਹੋਏ ਹਾਂ। ਸੋ ਤੁਹਾਡੀ ਸੇਵਾ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ, ਗੁਰੂ ਨਾਨਕ ਮਲਟੀ ਯੂਨੀਵਰਸਿਟੀ ਪੂਰੀ ਟੀਮ ਸਮੇਂ-ਸਮੇਂ ਤੇ ਪ੍ਰੋਗਰਾਮ ਬਣਾ ਕੇ ਤੁਹਾਡੇ ਤੱਕ ਪਹੁੰਚ ਕਰਦੀ ਹੈ। ਸੋ ਤੁਹਾਡਾ ਧੰਨਵਾਦ ਇਸ ਕਰਕੇ ਬੇਟੇ ਸਭ ਦਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ, ਜਿਸ ਤਰ੍ਹਾਂ ਆਪਾਂ ਘਰ 'ਚ ਕੋਈ ਫੰਕਸ਼ਨ ਰੱਖਦੇ ਹਾਂ ਨਾ, ਬੁਲਾਵਾ ਦਿੰਦੇ ਹਾਂ ਸਾਕ ਸੰਬੰਧੀ ਦੋਸਤਾਂ ਮਿੱਤਰਾਂ ਨੂੰ, ਉਹ ਆ ਕੇ ਉਸ ਕਾਰਜ ਵਿੱਚ ਸਾਡੀ ਖੁਸ਼ੀ ਸ਼ੋਭਾ ਹੋਰ ਵਧਾਉਂਦੇ ਆ। ਸੋ ਇਸੇ ਤਰ੍ਹਾਂ ਹੀ ਆਪਾਂ ਇਹ ਕਾਰਜ ਦੇ ਵਿੱਚ ਜਿਹੜੇ ਸ਼ਾਮਲ ਹੋਏ ਹਾਂ ਕੈਂਪ ਦੇ ਵਿੱਚ, ਸੋ ਸਾਡਾ ਜਿਹੜਾ ਮਕਸਦ ਹੈ ਸਾਰਿਆਂ ਦਾ ਉਹ ਹੈ ਸਿੱਖਣਾ। ਜਿੱਥੋਂ ਵੀ ਸਾਨੂੰ ਕੁਝ ਸਿੱਖਣ ਨੂੰ ਮਿਲੇ ਚੰਗਾ, ਉਹ ਸਿੱਖ ਹੈ। ਪਾਤਸ਼ਾਹ ਜੀ ਬਾਣੀ ਅੰਦਰ ਸਾਨੂੰ ਸਮਝਾਉਂਦੇ ਆ ਕਿ ਸਿੱਖ ਕੌਣ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਮੁਤਾਬਕ ਜਿਉਂਦਾ ਹੈ ਉਹ ਸਿੱਖ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਰਲ ਕੇ ਸਾਰੇ ਗੁਰੂ ਦੀ ਬਖਸ਼ਿਸ਼ ਕਰਾਓ। ਸਾਰੇ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੇ ਕੱਲ ਤੁਸੀਂ ਸਾਰੇ ਬੱਚਿਆਂ ਨੇ ਭੈਣ ਜਸਪ੍ਰੀਤ ਕੌਰ ਜੀ ਬਹੁਤ ਵਧੀਆ ਆਪਾਂ ਨੂੰ ਜਿਹੜਾ ਉਹਨਾਂ ਨੇ ਕੱਲ ਲੈਕਚਰ ਦਿੱਤਾ, ਵੀ ਜ਼ਿੰਦਗੀ 'ਚ ਕੁਝ ਕਰਨਾ ਨਹੀਂ। ਬੜੀਆਂ ਪਿਆਰੀਆਂ ਪਿਆਰੀਆਂ ਐਗਜ਼ਾਮਪਲਾਂ ਦੇ ਭੈਣ ਜੀ ਨੇ ਬਹੁਤ ਸਰਲ ਤਰੀਕੇ ਨਾਲ ਸਾਨੂੰ ਸਮਝਾਇਆ। ਸੋ ਜਦੋਂ ਸਾਡੀ ਜ਼ਿੰਦਗੀ ਵਿੱਚ ਕੁਝ ਬਣਨ ਦੀ ਇੱਛਾ ਹੁੰਦੀ ਹੈ ਨਾ, ਫਿਰ ਉਹ ਚੀਜ਼ ਸਾਨੂੰ ਜਿਹੜੀ ਮੰਜ਼ਿਲ ਪ੍ਰਾਪਤ ਹੋ ਜਾਂਦੀ, ਸੋ ਉਹਦੀ ਅੰਦਰ ਸ਼ਕਤੀ ਪੈਦਾ ਹੋਣੀ ਜ਼ਰੂਰੀ ਹੈ। ਜਿਹੜਾ ਇੱਕ ਚੋਰ ਚੋਰੀ ਕਰਦਾ ਗਲਤ ਹੈ, ਪਰ ਉਹ ਵੀ ਇੱਕ ਪਲੈਨਿੰਗ ਬਣਾਉਂਦਾ ਵੀ ਮੈਂ ਕਿਵੇਂ ਕਰਾਂਗਾ, ਕਦੋਂ ਲੋਕ ਉੱਤੇ ਹੋਣਗੇ, ਕਿੱਥੇ ਜਾਵਾਂਗਾ, ਸਭ ਕੁਝ ਏਦਾਂ ਕਰਦਾ। ਮਿਸ਼ਨ ਇਰਾਦਾ ਉਹਦਾ ਆਪਣੇ ਵੱਲੋਂ ਉਹ ਸਹੀ ਕਰ ਕੇ ਉਹ ਆਪਣੀ ਉਹਨੂੰ ਕਿੱਤਾ ਕਹਿ ਲਓ ਜਾਂ ਕਿਰਤ ਕਹਿ ਲਓ, ਉਹਦਾ ਮੰਨਣਾ ਇਹ ਹੈ। ਸੋ ਸਾਡੇ ਜਿਹੜੇ ਗੁਰੂ ਪਾਤਸ਼ਾਹ ਨੇ ਨਾ ਬੇਟੇ, ਸਾਨੂੰ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਸਾਹਿਬ ਸਾਡੇ ਕੋਲ ਨੇ। ਪੂਰੀ ਦੀ ਪੂਰੀ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ, ਸਮਝਾਉਂਦੀ ਹੈ, ਸਮਝ ਦਿੰਦੀ ਹੈ, ਅਕਲ ਦਿੰਦੀ ਹੈ ਨਾ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨ ਲਿਆ, ਪ੍ਰਾਪਤ ਕਰਕੇ ਜ਼ਿੰਦਗੀ 'ਚ ਲਾ ਲਿਆ, ਕਹਿੰਦੇ ਵੀ ਉਹਨਾਂ ਦੇ ਜੀਵਨ ਵਿੱਚ ਸਦਾ ਖੁਸ਼ੀਆਂ ਖੇੜੇ ਆਨੰਦ ਬਣ ਜਾਣੇ ਆ, ਹਨਾ। ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਆਪਾਂ ਵਚਨ, ਕਿਨਕਾ ਏਕ ਜਿਸ ਜੀ ਸਾਵੈ ਤਾਂ ਕਿ ਮਹਿਮਾ ਗੰਨੀ ਨਾ ਆਵੈ। ਕਿਨਕਾ ਮੀਨਜ ਕੋਈ ਇੱਕ ਬਚਨ ਗੁਰੂ ਸਾਹਿਬ ਦਾ। ਜੇਕਰ ਬੇਟੇ ਸਾਡੀ ਜੀਵਨ ਦੇ ਵਿੱਚ ਪ੍ਰੈਕਟੀਕਲ ਜਿਹੜੀ ਸਾਡੀ ਲਾਈਫ, ਜਿਹੜੀ ਅਸੀਂ ਜਿਉਂ ਰਹੇ ਹਾਂ, ਮੰਨ ਲਓ ਤੁਸੀਂ ਬੱਚੇ ਹੋ, ਤੁਸੀਂ ਆਪਣੇ ਲੈਵਲ ਤੇ ਆਪਣੀ ਜ਼ਿੰਦਗੀ ਜਿਉਂ ਰਹੇ ਹੋ, ਪੇਰੈਂਟਸ ਆਪਣੇ ਲੈਵਲ ਤੇ ਜਿਉਂ ਰਹੇ ਆ, ਵੀ ਜਿਹੜੀ ਜ਼ਿੰਦਗੀ ਅਸੀਂ ਜਿਉਂ ਰਹੇ ਹਾਂ, ਜੇ ਉਹਦੇ ਪ੍ਰੈਕਟੀਕਲਟੀ ਦੇ ਵਿੱਚ ਸਾਡੇ ਪ੍ਰਮਾਤਮਾ ਨਹੀਂ ਆਇਆ, ਰੱਬ ਨਹੀਂ ਆਇਆ, ਗੁਰਬਾਣੀ ਦੇ ਗਿਆਨ ਨੂੰ ਜਿਉ ਕੇ ਜੀਵਨ ਸੋਹਣਾ ਨਹੀਂ ਬਣਾਇਆ, ਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਵਿੱਚ ਇੱਕ ਪੰਕਤੀ ਹੈ, ਬੜਾ ਪਿਆਰਾ ਸ਼ਬਦ ਤਾਂ ਵੱਡਾ ਹੈ ਵੈਸੇ, ਉਹ ਮੈਂ ਇੱਕੋ ਹੀ ਪੰਕਤੀ ਬੋਲਣ ਲੱਗਿਆ ਤੁਹਾਨੂੰ, ਬਾਕੀ ਤੁਸੀਂ ਸਾਰਾ ਸ਼ਬਦ ਜ਼ਰੂਰ ਪੜ੍ਹਿਓ, ਉਹਦੇ ਅਰਥ ਜ਼ਰੂਰ ਪੜ੍ਹਿਓ ਸ਼ਬਦ ਦੇ। ਆਈ ਗ੍ਰੰਥ ਤੇ ਜਾਂ ਸਹਿਜ ਪਾਠ ਵਾਲੀ ਪੋਥੀ ਤੇ ਵੀ ਸ਼ਬਦਾਰਥ ਤੇ ਵੀ ਹੈਗੇ। ਗੁਰੂ ਸਾਹਿਬ ਕਹਿੰਦੇ ਕਰਮ, ਧਰਮ,
पाखंड जो दिसै तिन जम जा गाती लूटै। निर्वाण कीर्तन गावो करते का निमख सिमरत जित छुटै। देखियो किन्ना किन्ना प्यारा गुरु साहब का बचन है ते किन्ने वधिया तरीके नाल गुरु साहब सानू समझा रहे ने जीवन जांच। गुरु जी कहंदे भी जेड़े भी तुसीं धर्म दे नां ते कर्म करदे हो, बेटे ध्यान नाल सुनियो प्लीज, है ना, सारे प्यारे बच्चे हो तुसीं बड़े, भी धर्म दे नां ते बेटे जेड़ा भी असीं कर्म करदे हां धर्म समझ के, जे ਉਹਦੇ ਵਿੱਚ सच नहीं है, ਉਹਦੇ ਵਿੱਚ प्रैक्टिकलिटी नहीं है, ਤਾਂ ਗੁਰੂ ਸਾਹਿਬ ਕਹਿੰਦੇ ਉਹ ਤੇਰਾ ਕੀਤਾ ਹੋਇਆ ਧਰਮ ਦਾ ਕਰਮ ਵੀ ਪਖੰਡ ਬਣ ਜਾਣਾ। ਹੁਣ ਮੰਨ ਲਓ ਆਪਾਂ ਸਿਰ ਢੱਕ ਕੇ ਰੱਖਦੇ ਆ, ਹਨਾ, ਵੀ ਆਪਾਂ ਸਿਰ ਢੱਕ ਕੇ ਰੱਖਣਾ ਸਾਰਿਆਂ ਨੇ, ਗੁਰਸਿੱਖ ਨੇ ਨੰਗੇ ਸਿਰ ਨਹੀਂ ਰਹਿਣਾ, ਹਨਾ। ਇਹ ਕੀ ਹੈ? ਧਰਮ ਦਾ ਆਪਾਂ ਕਰਮ ਕੀਤਾ, ਫਿਜ਼ੀਕਲੀ ਕਰਮ ਹੋ ਗਿਆ ਸਾਡਾ ਧਰਮ ਦੇ ਲਈ, ਪਰ ਉਹਦਾ ਜਿਹੜਾ ਮੈਸੇਜ ਹੈ ਸਿਰ ਨੰਗਾ ਨਹੀਂ ਰੱਖਣਾ, ਹਨਾ, ਦਸਤਾਰ ਸਜਾ ਕੇ ਰੱਖਣੀ ਹੈ। ਦਸਤਾਰ ਸਾਡੇ ਸਿਰ ਦਾ ਤਾਜ ਹੈ, ਔਰ ਹੈ ਜਿਹਦੇ ਨਾਮ ਨਾਲ ਬੇਟੀ ਜਿਹੜੀ ਉਹ ਰਾਜਕੁਮਾਰੀ ਹੈ, ਸਿਰ ਢਕਿਆ ਹੋਇਆ, ਸਿਰ ਤੋਂ ਕੱਪੜਾ ਬਿਲਕੁਲ ਨਹੀਂ ਲਾਉਂਦਾ, ਹਨਾ, ਪਰ ਉਹਦੇ ਚ ਪ੍ਰੈਕਟੀਕਲਿਟੀ ਜਿਹੜਾ ਉੱਥੋਂ ਸਿਰ ਢਕਣ ਦਾ ਮੈਸੇਜ ਹੈ, ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ, ਉਹਨਾਂ ਦੀ ਗੱਲ ਮੰਨਣੀ, ਚੰਗੇ ਗੁਣਾਂ ਦਾ ਧਾਰਨੀ ਹੋਣਾ, ਸਿਰ ਢੱਕ ਕੇ ਰੱਖਦਾ ਹੈ, ਪਰ ਉਹਦੇ ਵਿੱਚ ਗੁਣ ਨਹੀਂ ਹੈ, ਸਿਰ ਢਕਿਆ ਹੋਇਆ ਪਰ ਗੁਣ ਨਹੀਂ ਹੈਗੇ, ਖਾਲੀ ਹੈ। ਜੇਕਰ ਉਹਦੇ ਚ ਇਹ ਚੀਜ਼ ਨਹੀਂ ਹੈ ਬੇਟੇ, ਤਾਂ ਜਿਹੜਾ ਉਹਨੇ ਧਰਮ ਦੇ ਨਾਂ ਤੇ ਕਰਮ ਕੀਤਾ, ਸਿਰ ਢੱਕ ਕੇ ਰੱਖਿਆ, ਚੰਗੀ ਗੱਲ ਹੈ, ਰੱਖਣਾ ਚਾਹੀਦਾ, ਪਰ ਉਹਦੇ ਨਾਲ ਨਾਲ ਜਿਹੜਾ ਉਹਦਾ ਮੈਸੇਜ ਆ ਉਹਨੂੰ ਉਹ ਜੇ ਲਾਗੂ ਕਰੂਗਾ, ਉਹਦੀ ਸਿਆਣਪ, ਉਹਦੀ ਅਕਲ, ਉਹਦੀ ਸਮਝ, ਸਿਰ ਢਕਿਆ ਹੋਵੇ, ਨਾਲ ਉਹਦੇ ਕੋਲ ਗੁਰੂ ਦੀ ਮੱਤ ਹੋਵੇ, ਸਮਝ ਹੋਵੇ, ਗਿਆਨ ਹੋਵੇ, ਤਾਂ ਫਿਰ ਸੋਨੇ ਤੇ ਸੁਹਾਗਾ ਹੋ ਜਾਣਾ ਤੇ ਉਹ ਖਿੱਚ ਦਾ ਕੇਂਦਰ ਬਣੇਗਾ। ਉਹਦੇ ਕੀਤੇ ਹੋਏ ਕੰਮ, ਕਲਾਸ ਵਿੱਚੋਂ ਪੜ੍ਹਾਈ ਕਰਕੇ ਫਸਟ ਆਉਣਾ, ਨਿਤਨੇਮ ਨਾਲ ਜੁੜੇ ਹੋਣਾ, ਆਪਣੇ ਪੇਰੈਂਟਸ ਦਾ ਆਗਿਆਕਾਰ ਹੋਣਾ, ਆਂਢ ਗੁਆਂਢ ਲਈ ਲਾਇਕ ਹੋਣਾ, ਨਾ ਕਿ ਆਂਢ ਗੁਆਂਢ ਤੋਂ ਡਰੇ ਵੀ ਇਹਨਾਂ ਦਾ ਮੁੰਡਾ, ਇਹਨਾਂ ਦੀ ਕੁੜੀ, ਏਦਾਂ ਦਾ। ਉਹ ਧਰਮ ਦੇ ਵਿੱਚ ਕਰਮ ਚ ਜਦੋਂ ਧਰਮ ਆ ਗਿਆ ਬੇਟੇ, ਉਸ ਦਿਨ ਸਾਡਾ ਜੀਵਨ ਸੋਹਣਾ ਬਣਨਾ। ਗੁਰਦੁਆਰੇ ਜਾਣਾ, ਮੱਥਾ ਟੇਕਣਾ, ਗੁਰੂ ਨੂੰ ਨਤਮਸਤਕ ਹੋਣਾ, ਇਹ ਕੀ ਹੈ? ਕਰਮ ਕੀਤਾ ਨਾ ਆਪਾਂ। ਪਰ ਇਹ ਧਰਮ ਕਿਸ ਦਿਨ ਬਣੇਗਾ ਸਾਡਾ? ਜਦੋਂ ਸਾਡੀ ਗੁਰੂ ਜੀ ਦੀ ਦਿੱਤੀ ਹੋਈ ਮੱਤ ਸਾਡੇ ਜੀਵਨ ਵਿੱਚ ਆ ਗਈ, ਉਸ ਦਿਨ ਉਹਨੇ ਸਾਡਾ ਅਸਲ ਧਰਮ, ਗੁਰੂ ਨੇ ਸਾਡਾ ਉਦੇ ਪ੍ਰਵਾਨ ਕਰਨਾ। ਜੇ ਅਸੀਂ ਫਿਜ਼ੀਕਲੀ ਕਰੀਏ ਪਰ ਮੰਨਿਆ ਨਾ ਗੁਰੂ ਦਾ ਬਚਨ, ਤੇ ਫਿਰ ਸਾਡੇ ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੈ, ਕਹਿ ਲਓ ਮਿਹਰ, ਕਹਿ ਲਓ ਬਖਸ਼ਿਸ਼, ਕਹਿ ਲਓ, ਸ਼ਬਦਾਂ ਨਾਲ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਬਿਆਨ ਕਰ ਲਓ, ਤਾਂ ਸਾਨੂੰ ਪ੍ਰਸੰਨਤਾ ਨਹੀਂ ਮਿਲਣੀ ਗੁਰੂ ਦੀ। ਕੋਸ਼ਿਸ਼ ਕਰਿਓ ਬੇਟੇ, ਸਾਰੇ ਬੱਚੇ, ਤੁਸੀਂ ਪਿਛਲਾ ਵੀ ਤੁਸੀਂ ਕੈਂਪ ਲਾਇਆ ਨਾ ਆਪਾਂ ਸਾਰਿਆਂ ਨੇ, 4-5 ਮਹੀਨੇ ਤਕਰੀਬਨ, ਤੇ ਪ੍ਰੈਕਟੀਕਲ ਜੀਵਨ ਵੱਲ ਜ਼ਰੂਰ ਧਿਆਨ ਦਿਓ ਤੁਸੀਂ। ਦੇਖੋ ਚੰਗੇ ਕਰਮ ਜੇ ਆਪਾਂ ਗੱਲ ਕਰੀਏ ਨਾ, ਤੁਹਾਡੇ ਪਿੰਡ ਚ ਤੁਸੀਂ ਆਂਢ ਗੁਆਂਢ ਚ ਪੁੱਛਿਓ ਵੀ ਦਾਜ ਲੈਣਾ ਚਾਹੀਦਾ ਕਿ ਨਹੀਂ, ਤੁਹਾਨੂੰ ਕਿਸੇ ਨੂੰ ਪੁੱਛਣਾ, ਹੁਣ ਤੁਹਾਨੂੰ ਪੁੱਛੀਏ ਵੀ ਝੂਠ ਬੋਲਣਾ ਚਾਹੀਦਾ ਕਿ ਨਹੀਂ, ਤੇ ਤੁਸੀਂ ਥਿਉਰੀ ਇਹ ਪ੍ਰਵਾਨ ਕਰ ਰਹੇ ਹੋ ਨਾ ਵੀ ਨਹੀਂ ਜੀ ਝੂਠ ਨਹੀਂ ਬੋਲਣਾ ਚਾਹੀਦਾ, ਇਹ ਤਾਂ ਤੁਸੀਂ ਪ੍ਰਵਾਨ ਕਰ ਲਿਆ, ਪਰ ਬੋਲ, ਹੈ ਨਾ, ਉਹ ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹ ਸਾਡੇ ਜੀਵਨ ਵਿੱਚ। ਜਦੋਂ ਸਾਹਿਬਜ਼ਾਦਿਆਂ ਦਾ ਬੇਟੇ ਤੁਸੀਂ ਇਤਿਹਾਸ ਪੜ੍ਹਦੇ ਆ ਨਾ, ਆਪਾਂ ਗੁਰੂ ਸਾਹਿਬ ਦੇ ਛੋਟੇ ਪੁੱਤਰਾਂ ਦਾ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਹਨਾ, ਉਹ ਪਿਕਚਰ ਬਣਾਇਓ ਤੁਸੀਂ ਸਾਰੇ ਬੱਚੇ, ਕਮੈਂਟ ਲਈ ਆਪਣੇ ਦਿਮਾਗ ਦੇ ਵਿੱਚ, ਵੀ ਸੂਬੇ ਦੀ ਕਚਹਿਰੀ ਲੱਗੀ ਹੋਈ ਹੈ, ਉੱਥੇ ਨਿੱਕੇ ਨਿੱਕੇ 2 ਬੱਚੇ ਖੜੇ ਆ, ਗੁਰੂ ਸਾਹਿਬ ਦੇ ਪੁੱਤਰ, 7 ਤੇ 9 ਸਾਲ ਦੇ ਬੱਚੇ ਖੜੇ ਆ, ਉਹ ਡਰਦੇ ਨਹੀਂ, ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਸੂਬੇ ਦੀ ਅੱਖ ਚ ਅੱਖ ਪਾ ਕੇ ਗੱਲ ਕਰਦੇ ਨੇ, ਕਿਉਂਕਿ ਮਾਤਾ ਗੁਜਰ ਕੌਰ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਜਦੋਂ ਉਹ ਆਪਣੇ ਰਹਿੰਦੇ ਸੀ, ਜਦੋਂ ਉਹਨਾਂ ਦੀ ਜਿਹੜੀ ਟ੍ਰੇਨਿੰਗ ਕਰਵਾਈ ਹੈ ਗੁਰੂ ਨੇ, ਜੋ ਸਿਖਾਇਆ ਉਹਨਾਂ ਨੂੰ ਨੋਟ ਕਰਿਓ ਤੁਸੀਂ ਬੇਟੇ। ਜਦੋਂ ਅਸੀਂ ਆਪਣੇ ਟੀਚਰ ਕੋਲ ਆ, ਆਪਣੇ ਪੇਰੈਂਟਸ ਕੋਲ ਆ, ਉਦੋਂ ਸਾਡਾ ਜਿਹੜਾ ਰੂਹ ਹੈ, ਸਾਡੀ ਸਮਝ ਹੈ, ਸਾਡੀ ਜਿਹੜੀ ਸਿਆਣਪ ਹੈ, ਉਦੋਂ ਹੋਰ ਹੈ। ਪਰ ਜਦੋਂ ਅਸੀਂ ਇਕੱਲੇ ਆ, ਸਾਡੀ ਰੀਅਲਟੀ ਲਾਈਫ ਕੋਈ ਨਹੀਂ ਵੇਖ ਰਿਹਾ, ਸਾਨੂੰ ਕੁਝ ਸੁਣ ਨਹੀਂ ਰਿਹਾ, ਸਾਡੇ ਕੋਲ ਕੋਈ ਨਹੀਂ ਹੈ, ਉਦੋਂ ਸਾਡਾ ਜੀਵਨ ਕਿਸ ਤਰ੍ਹਾਂ ਦਾ? ਸਾਹਿਬਜ਼ਾਦਿਆਂ ਦਾ ਜੀਵਨ, ਜਦੋਂ ਉਹਨਾਂ ਦੇ ਪਿਤਾ ਜੀ ਕੋਲ ਨੇ, ਭਰਾ ਕੋਲ ਨੇ,
ਜੋ ਉਸ ਵੇਲੇ ਉਹਨਾਂ ਜੀਵਨ ਹੈ ਤੇ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ, ਇਕੱਲੇ ਹੈ। ਦਾਦਾ ਜੀ ਤਾਂ ਪਹਿਲੇ ਸ਼ਹੀਦੀ ਹੋ ਗਈ ਨਾ, ਦਾਦੀ ਜੀ, ਪਿਤਾ ਜੀ, ਮਾਤਾ ਜੀ, ਉਸ ਵੇਲੇ ਇਕੱਲੇ ਅੱਖ ਚੱਕ ਪਾ ਕੇ ਖੜਨਾ ਕਚਹਿਰੀ ਦੇ ਵਿੱਚ ਜਾ ਕੇ ਵੀ ਸੂਬਿਆ ਜੋ ਕਰਨਾ ਕਰ ਲੈ, ਨੂੰ ਸਾਡੇ ਸਟੈਂਡ ਤੋਂ ਤੂੰ ਡਾਊਨ ਨਹੀਂ ਕਰ ਸਕਦਾ, ਭਾਵੇਂ ਸਾਡੇ ਨਾਲ ਧੱਕਾ ਕਰਕੇ ਸ਼ਹਾਦਤ ਲਈ ਸਾਡੇ ਕਕਾਰ ਤੁਸੀਂ ਲਾਤੇ, ਉਸ ਵੇਲੇ ਧੱਕਾ ਕਰਕੇ ਸਾਡੀ ਫਿਜ਼ੀਕਲੀ ਧੱਕਾ ਕਰਕੇ, ਪਰ ਸਵਾਦ ਆ ਤਾਂ ਜੇ ਸਾਡੀ ਸੁਰਤ ਵਿੱਚੋਂ, ਸਾਡੀ ਵਿਚਾਰ ਵਿੱਚੋਂ, ਸਾਡੀ ਸੋਚ ਵਿੱਚੋਂ ਧਰ ਕੱਢ ਕੇ ਦਿਖਾਓ। ਤੁਸੀਂ ਸ਼ਹੀਦ ਤਾਂ ਤੁਸੀਂ ਕਰ ਦੋਗੇ ਨਾ ਸਾਨੂੰ। ਇਹ ਪ੍ਰੈਕਟੀਕਲਿਟੀ ਬੇਟੇ ਜ਼ਰੂਰ ਤੁਸੀਂ ਅਪਣਾਇਓ। ਬਾਣੀ ਨਾਲ ਤੁਸੀਂ ਸਾਰੇ ਬੱਚੇ ਜੁੜੇ ਹੋਏ ਹੋ, ਸਹਿਜ ਪਾਠ ਨਾਲ ਜੁੜੇ ਹੋਏ ਹੋ। ਜਿੱਥੇ ਤੁਸੀਂ ਇਕੱਲੇ ਹੋ ਨਾ, ਮਨ ਕਰਕੇ ਤਨ ਕਰਕੇ, ਉੱਥੇ ਧਰਮੀ ਜ਼ਰੂਰ ਬਣਿਓ। ਬੰਦਾ ਸਮਾਜਿਕ ਤੌਰ ਤੇ ਧਰਮੀ ਬਣ ਜਾਂਦਾ, ਪਰ ਕਰਮ ਕਰਕੇ ਧਰਮੀ ਨਹੀਂ ਬਣਦਾ। ਤੇ ਧਰਮ ਸਾਡੇ ਕਰਮ ਚ ਚਾਹੀਦਾ। ਆਪਾਂ ਪੜ੍ਹਦੇ ਆ ਨਾ ਸ਼ਲੋਕ ਸਾਰੇ ਹਨ, ਸੌਖੀ ਕਰਮੀ ਆਪੋ ਆਪਣੀ ਕੇ ਨੇੜੇ ਦੂਰ, ਜਿਨੀ ਨਾਮ ਧਿਆਇਆ। ਜਿਨ੍ਹਾਂ ਮਨੁੱਖਾਂ ਨੇ, ਦੇਖੋ ਜੀ, ਉਹਨਾਂ ਦੇ ਕਰਮ ਮਤਲਬ ਪ੍ਰੈਕਟੀਕਲਿਟੀ ਕਰਕੇ, ਮੱਥੇ ਤੇ ਲਿਖੇ ਦੇਖ ਨਹੀਂ। ਇਹ ਪੁਜਾਰੀ ਤਾਂ ਕਹਿ ਸਕਦਾ ਹੈ, ਉਸ ਵੇਲੇ ਦਾ ਲੁੱਟਣ ਵਾਲਾ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਧਾਰਮਿਕ ਬੰਦੇ ਨੇ, ਵੀ ਤੁਹਾਡੇ ਜੋ ਮੱਥੇ ਤੇ ਲਿਖਿਆ, ਕਰਮਾਂ ਚ ਲਿਖਿਆ ਮਨੌਤ ਝੂਠੀ, ਉਹ ਤਾਂ ਹੋ ਸਕਦੀ ਹੈ ਵੀ ਮੱਥੇ ਤੇ ਲਿਖਿਆ ਵਾ, ਫਿਰ ਤਾਂ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਜੇ ਲਿਖੇ ਕਰਮ ਵਾਲਾ ਹੀ ਬਣਦਾ। ਕਰਮ ਮੀਨਜ਼ ਮੇਰਾ ਕੀਤਾ ਹੋਇਆ ਕੰਮ, ਜਿਹੜਾ ਕੰਮ ਮੈਂ ਕਰਕੇ ਆਪਣੀ ਇੱਜ਼ਤ ਸੋਭਾ ਬੇਇੱਜ਼ਤੀ, ਜਿਹੜਾ ਕੀਤਾ ਹੋਇਆ ਮੇਰਾ ਕੰਮ ਹੈ, ਉਹ ਕਰਮ ਕਰਕੇ ਮੈਂ ਆਪਣੇ ਆਪ ਦੇ ਨੇੜੇ ਹੋ ਗਿਆ, ਚੰਗਾ ਮਨੁੱਖ ਬਣ ਗਿਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ, ਜਿਨ੍ਹਾਂ ਮਨੁੱਖਾਂ ਨੇ, ਨਾਮ ਦਾ ਅਰਥ ਗਿਆਨ, ਸੱਚੀ ਬਾਣੀ ਦਾ ਗਿਆਨ, ਸਮਝ, ਅਕਲ, ਗੁਰੂ ਜੀ ਤੋਂ ਬਖਸ਼ਿਸ਼ ਵੀ ਕਹਿ ਸਕਦੇ ਹਾਂ। ਸ਼ਬਦਾਂ ਨੂੰ ਕੁਛ ਵੀ ਕਹਿ ਲਓ ਬੇਟੇ ਤੁਸੀਂ, ਸ਼ਬਦਾਂ ਨਾਲ ਬਿਆਨ ਕਰਨ ਲਈ ਆਪਣੀ ਸ਼ਰਧਾ ਭਾਵਨਾ ਨਾਲ ਉਹਨੂੰ ਤੁਸੀਂ ਕਿਵੇਂ ਪ੍ਰਗਟ ਕਰਦੇ ਹੋ, ਸ਼ਬਦ ਕੀ ਵਰਤਦੇ ਹੋ। ਅਹਿਮੀਅਤ ਇਹ ਨਹੀਂ ਹੈ, ਅਹਿਮੀਅਤ ਇਹ ਹੈ ਵੀ ਤੁਸੀਂ ਗੁਰੂ ਦੇ ਗਿਆਨ ਨੂੰ ਧਿਆਨ ਚ ਰੱਖਦੇ ਹੋ। ਹਰ ਵੇਲੇ ਸਾਡੀਆਂ ਅੱਖਾਂ, ਦੇਖੋ ਅੱਖਾਂ ਦਾ ਕੰਮ ਦੇਖਣਾ ਹੈ ਨਾ, ਪਰ ਮੇਰੀਆਂ ਅੱਖਾਂ ਨੇ ਕੀ ਵੇਖਣਾ ਹੈ, ਮੇਰੇ ਧਿਆਨ ਚ ਹੈ ਜਾਂ ਨਹੀਂ। ਜਿਨੀ ਨਾਮ ਧਿਆਇਆ, ਧਿਆਇਆ ਮੀਨਜ਼ ਧਿਆਨ ਚ ਰੱਖਿਆ ਸੱਚੇ ਗਿਆਨ ਨੂੰ ਪ੍ਰਮਾਤਮਾ ਦੇ ਨੂੰ, ਨਾਮ ਨੂੰ ਧਿਆਨ ਚ ਰੱਖਿਆ, ਉਹਨਾਂ ਮਨੁੱਖਾਂ ਦੀ ਗਏ ਮਸਕਤ ਕਾਲ, ਉਹਨਾਂ ਦੀ ਜ਼ਿੰਦਗੀ ਸਫਲੀ ਹੋ ਜਾਣੀ ਹੈ। ਨਾਨਕ ਤੇ ਮੁਖ ਉਜਲੇ, ਉਹ ਮਨੁੱਖ, ਉਹਨਾਂ ਦੇ ਚਿਹਰੇ, ਉਹਨਾਂ ਦੀ ਜਾਣੀ ਅਖਰੀ ਅਰਥ ਇਹ ਹੈ ਨਾ ਵੀ ਉਹਨਾਂ ਦੇ ਮੁਖ ਪਵਿੱਤਰ ਹੋ ਗਏ। ਮੁਖ ਪਵਿੱਤਰ ਹੋਣ ਦਾ ਮਤਲਬ ਉਹਨਾਂ ਦਾ ਬੋਲਣਾ, ਉਹਨਾਂ ਦਾ ਵੇਖਣਾ, ਉਹਨਾਂ ਦਾ ਸੁਣਨਾ, ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਸਭ ਕੁਝ ਉਹਨਾਂ ਦਾ ਵੱਖਰਾ ਹੋ ਗਿਆ। ਮਤਲਬ ਫਿਜ਼ੀਕਲੀ ਤੌਰ ਤੇ ਤਾਂ ਆਮ ਮਨੁੱਖਾਂ ਵਰਗੇ ਨੇ, ਪਰ ਉਹਨਾਂ ਦਾ ਜੀਵਨ ਜਿਉਣ ਦਾ ਤਰੀਕਾ ਵੱਖਰਾ ਹੈ। ਉਹਨਾਂ ਦੇ ਕੰਮ ਤੋਂ ਪਤਾ ਲੱਗਦਾ ਹੈ ਵੀ ਇਹ ਸੱਚਾ ਗਿਆਨ ਕਿੱਥੋਂ ਮਿਲਿਆ। ਸਾਹਿਬਜ਼ਾਦਿਆਂ ਦਾ ਕਚਹਿਰੀ ਚ ਜਦੋਂ ਸੋਚੋ ਬੇਟੇ, ਕਚਹਿਰੀ ਦੇ ਵਿੱਚ ਸਾਰੇ ਸੂਬੇ ਸਰਹੰਦ ਦੇ ਵਿੱਚ ਜਦੋਂ ਸਾਹਿਬਜ਼ਾਦੇ ਖੜੇ ਨੇ, ਉਦੋਂ ਪੂਰੇ ਲੋਕ ਦੇਖਣ ਆਏ ਹੋਣਗੇ, ਕਿਉਂਕਿ ਪਹਿਲਾਂ ਤਾਂ ਉਹਨਾਂ ਦਾ ਨਾਮ ਸੁਣਿਆ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ 4 ਪੁੱਤਰ ਨੇ। ਇਹ ਆਮ ਲੋਕਾਂ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਵੇਖਿਆ ਹੀ ਨਹੀਂ ਨਾ ਹੋਣਾ। ਉਹ ਤਾਂ ਜਿਹੜੀ ਖਾਸ ਸੰਗਤ ਰੂਪ ਚ ਜਾਂ ਗੁਰਸਿੱਖ ਜਾਂਦੇ ਸੀ, ਜਾਂ ਜਿਨ੍ਹਾਂ ਨੂੰ ਪਤਾ ਸੀ, ਉਹਨਾਂ ਨੇ ਥੋੜਿਆਂ ਨੇ ਦੇਖਿਆ ਸੀ ਨਾ ਸਾਹਿਬਜ਼ਾਦਿਆਂ ਦੀ ਫਿਜ਼ੀਕਲੀ ਤਾਂ। ਪਰ ਜਦੋਂ ਕਚਹਿਰੀ ਵਿੱਚ ਖੜੇ ਨੇ, ਸਾਰਾ ਸਰਹੰਦ ਇਕੱਠਾ ਹੋ ਗਿਆ ਹੋਣਾ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਸੀ, ਅੱਜ ਤੱਕ ਨਾਂ ਸੁਣਦੇ ਸੀ ਵੀ ਉਹ ਸੂਰਮਾ, ਚੜ੍ਹਦੀ ਕਲਾ ਵਾਲੇ ਨੇ, ਏਦਾਂ ਦੇ ਨੇ ਗੁਰੂ ਸਾਹਿਬ। ਅੱਜ ਉਹਨਾਂ ਦੇ ਪੁੱਤਰਾਂ ਨੂੰ ਦੇਖਣ ਲਈ ਭੀੜ ਉੱਥੇ ਇਕੱਠੀ ਹੋਈ ਹੋਣੀ ਆ ਵੀ ਅੱਜ ਉਹ ਬੱਚੇ ਉੱਥੇ ਆਏ ਨੇ। ਪਰ ਜਦੋਂ ਉਹਨਾਂ ਦੀ ਪ੍ਰੈਕਟੀਕਲਿਟੀ ਉਹਨਾਂ ਨੇ ਦੇਖੀ ਹੋਣੀ ਆ ਨਾ ਬੇਟੇ ਬੱਚਿਆਂ ਦੀ, ਤੇ ਫਿਰ ਉਹਨਾਂ ਬੱਚਿਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਦੇਖੇ ਹੋਣੇ ਆ ਵੀ ਜਿਨ੍ਹਾਂ ਦੇ ਇਹ ਬੱਚੇ ਨੇ ਉਹ ਕਿੰਨੇ ਸਟਰੋਂਗ ਸੀ ਮਾਨਸਿਕ ਤੌਰ ਤੇ। ਅੱਜ ਤਾਂ ਅਸੀਂ ਮਾੜੀ ਜੀ ਗੱਲ ਤੋਂ ਰੁੱਸ ਜਾਂਦੇ ਆ, ਸਾਨੂੰ ਕੋਈ ਝਿੜਕਦੇ ਸੀ, ਰੋਟੀ ਛੱਡ ਦਿੰਦੇ ਆ, ਰੁੱਸ ਕੇ ਪੈ ਜਾਂਦੇ ਆ, ਮੰਮੀ ਡੈਡੀ ਨਾਲ ਬੋਲਣਾ ਬੰਦ ਕਰ ਦਿੰਦੇ ਆ, ਮਾੜੀ ਮਾੜੀ ਗੱਲ ਤੇ ਅਸੀਂ ਨਾਰਾਜ਼ ਹੁੰਦੇ ਆ। ਵਾਰਸ ਅਸੀਂ ਸਾਹਿਬਜ਼ਾਦਿਆਂ ਦੇ। ਫਿਰ ਉਹਨਾਂ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਨਹੀਂ ਉਸ ਵੇਲੇ ਦਿਖੇ, ਸਾਹਿਬਜ਼ਾਦਿਆਂ ਦੇ ਵਿੱਚੋਂ ਗੁਰੂ ਸਾਹਿਬ ਦੇਖਿਆ ਵੀ ਇਹਨਾਂ ਦੇ ਪਿਤਾ ਦੇ ਕਿੱਦਾਂ ਦੇ ਹੋਣਗੇ। ਇਸੇ ਤਰ੍ਹਾਂ ਹੀ ਬੇਟੇ ਸਾਡੇ ਕੰਮਾਂ ਵਿੱਚੋਂ, ਸਾਡੇ ਰਹਿਣ ਸਹਿਣ, ਸਾਡਾ ਕੰਮ ਕਰਨ ਦਾ ਤਰੀਕਾ, ਹਰ ਇੱਕ ਪੱਖ ਤੋਂ ਸਾਡੇ ਜੀਵਨ ਵਿੱਚੋਂ ਗੁਰੂ ਦਿਖੇ, ਗੁਰੂ ਦੀ ਸਿੱਖਿਆ ਦਿਖੇ। ਅਗਲਾ ਆਕਰਸ਼ਿਤ ਹੋ ਜੇ, ਖਿੱਚਿਆ ਜਾਵੇ ਸਾਡੇ ਤੋਂ ਵੀ ਇਹ ਇੰਨੀਆਂ ਵਧੀਆ ਗੱਲਾਂ ਕਰਦਾ, ਇੰਨੇ ਵਧੀਆ ਕੰਮ ਕਰਦਾ, ਇੰਨਾ ਤੂੰ ਜ਼ਿੰਮੇਵਾਰ ਹੈ, ਇਹ ਤਾਂ ਸਾਰਾ ਕੁਝ ਕਿੱਥੋਂ ਸਿੱਖਿਆ। ਫਿਰ ਉਸ ਦਿਨ ਕਿਉਂ ਬੇਟੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਜਪਜੀ ਸਾਹਿਬ ਪੜ੍ਹਦਾ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ। ਫਿਰ ਅਗਲੇ ਨੇ ਆਪਣੇ ਆਪ ਹੀ, ਕਈ ਬੱਚੇ ਸਵਾਲ ਕਰਦੇ ਆ ਨਾ ਜੀ, ਅਸੀਂ ਦੂਸਰਿਆਂ ਨੂੰ ਗੁਰਬਾਣੀ ਨਾਲ ਕੈਂਪ ਚ ਕਰਦੇ ਸੀ ਪਿਛਲੀ ਵਾਰ ਵੀ ਕਿਵੇਂ ਜੋੜ ਸਕਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ।
बेटे आप सवारे मैं मिलिया, अपना जीवन सोहना बनाइए, प्रैक्टिकल जीवन में कोशिश करियो बेटे, ਵੱਧ ਤੋਂ ਵੱਧ अपना प्रैक्टिकल जीवन बनाने ਦੀ। ਜਿਹੋ ਜਿਹੇ ਅਸੀਂ ਦਿਸਦੇ ਆ, ਜੇ ਕੈਂਪ ਵਿੱਚ ਸਿਰ ਢਕਿਆ ਤਾਂ ਸਦਾ ਢਕਿਆ ਰਹੇ। ਸਾਨੂੰ ਕੋਈ ਵੇਖੇ ਨਾ ਵੇਖੇ, ਸਾਡਾ ਅੰਦਰ ਆ ਜਿਹੜਾ ਸਾਡਾ ਆਪਣਾ ਮਨ ਹੈ, ਉਹਦੇ ਆਪੇ ਦੇ ਅੰਦਰ ਅਸੀਂ ਪ੍ਰਵਾਨ ਹੋ ਜਾਈਏ। ਮੈਨੂੰ ਪਤਾ ਹੋਵੇ ਵੀ ਮੈਂ ਕਿਹਾ ਜਾਂਦਾ, ਆਪਣੇ ਤੋਂ ਵੱਧ ਤਾਂ ਆਪਣੇ ਬਾਰੇ ਕੋਈ ਵੀ ਜਾਣਦਾ ਨਾ। ਸੋ ਰੀਅਲਿਟੀ ਅਸੀਂ ਹਨਾ ਗੁਰੂ ਦੀ ਸਿੱਖਿਆ ਨੂੰ ਜਿਉਈਏ। ਸੋ ਭੈਣ ਜੀ, ਵੀਰ ਜੀ, ਇੰਨਾ ਕੁ ਟਾਈਮ ਹੀ ਆਪਾਂ ਵਿਚਾਰ ਕਰਨੀ ਸੀਗੀ। ਬਾਕੀ ਹੁਣ ਬੱਚਿਆਂ ਦੇ ਸਵਾਲ ਲੈ ਲੈਣਾ ਥੋੜਾ ਟਾਈਮ, ਜਿੰਨਾ ਕੁ ਟਾਈਮ ਹੈਗਾ ਜੀ ਆਪਣੇ ਕੋਲ। ਠੀਕ ਹੈ ਜੀ, ਬਹੁਤ ਧੰਨਵਾਦ ਜੀ ਵੀਰ ਜੀ ਬਹਾਦਰ ਸਿੰਘ ਜੀ ਦਾ। ਉਹਨਾਂ ਨੇ ਅੱਜ ਦੇ ਆਪਣੀਆਂ ਵਿਚਾਰਾਂ ਦੇ ਵਿੱਚ ਸਾਨੂੰ ਪਖੰਡ ਤੋਂ ਜਾਣੂ ਕਰਵਾਇਆ ਹੈ ਕਿ ਜੋ ਕੁਛ ਅਸੀਂ ਨਹੀਂ ਹੁੰਦੇ ਪਰ ਦੁਨੀਆ ਨੂੰ ਸ਼ੋਅ ਕਰਦੇ ਆ ਕਿ ਮੈਂ ਇਹ ਹਾਂ, ਪਰ ਅੰਦਰੋਂ ਨਹੀਂ ਹੁੰਦੇ। ਤੇ ਜਿਹੜਾ ਬੰਦਾ ਇਹ ਸ਼ੋਅ ਕਰਦਾ ਹੈ ਉਹਨੂੰ ਅਸੀਂ ਕਹਿੰਦੇ ਆ ਕਿ ਇਹ ਪਖੰਡੀ ਹੈ, ਪਖੰਡ ਕਰ ਰਿਹਾ ਹੈ। ਤੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਜ਼ਿਕਰ ਮਿਲਦਾ ਹੈ ਕਿ ਗੁਰਸਿੱਖ ਨੇ ਪਖੰਡ ਨਹੀਂ ਕਰਨਾ। ਕਰਮ ਧਰਮ ਪਖੰਡ ਜੋ ਦਿਸੈ, ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਗੁਰਬਾਣੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਧਰਮ ਦੇ ਨਾਂ ਤੇ ਅਸੀਂ ਕਰਮਾਂ ਦੇ ਵਿੱਚ ਭਰਮਾਂ ਦੇ ਵਿੱਚ ਨਹੀਂ ਪੈਣਾ। ਬੇਨਤੀ ਹੈ ਜੀ, ਜਿਹੜੇ ਬੱਚੇ ਕੋਈ ਸਵਾਲ ਕਰਨਾ ਚਾਹੁੰਦੇ ਆ ਉਹ ਆਪਣਾ ਹੈਂਡ ਰੇਜ਼ ਕਰ ਲੈਣ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬੇਟਾ ਜੀ ਸਰ ਮੇਰਾ ਕੁਐਸਚਨ ਇਹ ਸੀ, ਗੁਰੂ ਨਾਨਕ ਦੇਵ ਜੀ ਜਦੋਂ ਪ੍ਰਕਾਸ਼ ਹੋਇਆ ਸੀ ਤਦ ਗੁਰੂ ਨਾਨਕ ਦੇਵ ਜੀ ਕਿਹਨਾਂ ਨੂੰ ਮੰਨਦੇ ਹੁੰਦੇ ਸੀ? ਉਹ ਕਿਵੇਂ ਕਹਿੰਦੇ ਹੁੰਦੇ ਸੀ ਵੀ ਰੱਬ ਕੌਣ ਹੈ? ਹਾਂਜੀ ਬੇਟੇ, ਗੁਰੂ ਸਾਹਿਬ ਦਾ ਨਾ ਸ਼ਬਦ ਹੈ ਗੁਰਬਾਣੀ ਦੇ ਅੰਦਰ। ਜਦੋਂ ਉਹਨਾਂ ਨੂੰ ਪੁੱਛਿਆ ਸਿੱਧਾਂ ਨੇ, ਸਿੱਧਾਂ ਨਾਲ ਉਹਨਾਂ ਦੀ ਵਿਚਾਰ ਹੋਈ ਤਾਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਉਹ ਬਾਣੀ ਅੰਦਰ ਪੰਕਤੀ ਦਰਜ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਗੁਰੂ ਹੈ ਜਿਹੜਾ ਗਿਆਨ ਹੈ, ਸ਼ਬਦ ਹੈ, ਸ਼ਬਦ ਗੁਰੂ ਹੈ ਮੇਰਾ। ਬੇਟੇ ਸਮਝ ਗਏ? ਹਾਂਜੀ, ਹੋਰ ਜੀ ਕੋਈ ਬੱਚਾ ਕੋਈ ਸਵਾਲ ਕਰਨਾ ਚਾਹੁੰਦਾ ਤਾਂ ਜਾਨਵੀਰ ਕੌਰ ਜੀ ਅਨਮਿਊਟ ਕਰ ਲਓ ਪੁੱਤਰ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬੇਟੇ ਸਰ ਜਿੱਦਾਂ ਗੁਰੂ ਨਾਨਕ ਦੇਵ ਜੀ ਦੇ ਮਤਲਬ ਹਰੇਕ ਧਰਮ ਦੇ ਵਿੱਚ ਅਲੱਗ-ਅਲੱਗ ਨਾਮ ਨੇਗੇ, ਹੁਣ ਅਸੀਂ ਉਹਨਾਂ ਦੇ ਮਤਲਬ ਸਿੱਖ ਧਰਮ ਚ ਅਲੱਗ ਨਾਮ ਆ, ਹਿੰਦੂ ਧਰਮ ਚ ਅਲੱਗ ਨਾਮ ਆ, ਸਰ ਉਹਨਾਂ ਦੇ ਨਾਮ ਅਲੱਗ-ਅਲੱਗ ਕਿਉਂ ਨੇ, ਅਲੱਗ-ਅਲੱਗ ਕਿਉਂ ਰੱਖੇ ਗਏ ਨੇ? ਬੇਟੇ ਇਹ ਸਾਰੇ ਬੱਚਿਆਂ ਦਾ ਸਵਾਲ ਹੋ ਸਕਦਾ ਹੈ। ਮੈਂ ਤੁਹਾਨੂੰ ਪੁੱਛਣ ਲੱਗਿਆ, ਤੁਹਾਡੇ ਨਾਮ ਹਨਾ ਪਿਆਰ ਦੇ ਵਿੱਚ, ਜਦੋਂ ਜਿਹੜੇ ਆਪਣੇ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਆ ਨਾ, ਉਹ ਨਾਮ ਆਪਦੇ ਮੁਤਾਬਕ ਰੱਖਦੇ ਆ ਨਾ। ਤੁਹਾਡਾ ਅਸਲੀ ਨਾਮ ਹੈ ਜਿਹੜਾ ਉਹ ਹੋਰ ਹੋਣਾ ਹੈ, ਤੁਹਾਡੇ ਨਾਨਕਾ ਘਰ ਤੁਹਾਡਾ ਨਾਮ ਹੋਰ ਲੈਂਦੇ ਹੋਣੇ ਆ ਨਾ। ਸਮਝਣ ਲਈ ਇਹ ਗੱਲ ਬੇਟੇ, ਸਿਰਫ ਇਹ ਆਪਾਂ ਸਮਝਣ ਲਈ ਸਮਝ ਰਹੇ ਹਾਂ। ਤੇ ਉਦੋਂ ਬਾਅਦ ਤੁਹਾਡੇ ਜਿਹੜੇ ਫਰੈਂਡ ਨੇ ਹਨਾ, ਉਹਨਾਂ ਦਾ ਨਾਂ ਕੋਈ ਹੋਰ ਰੱਖਿਆ ਹੋਣਾ, ਨਿਕਨੇਮ, ਜਿਹੜੇ ਆਪਣੇ ਲਾਡ ਦਾ ਨਾਂ, ਚਾਅ ਦਾ ਨਾਂ। ਪਰ ਏਮ ਕੀ ਹੈ ਬੇਟੇ, ਸਾਡਾ ਨਾਂ ਅੱਖਰਾਂ ਦੇ ਸ਼ਬਦਾਂ ਦੇ ਜਾਲ ਚ ਨਹੀਂ ਆਪਾਂ ਪੈਣਾ। ਉਹ ਨਾਂ ਪਿਆਰ ਦੇ ਵਿੱਚ ਰੱਖਿਆ ਉਹਨਾਂ ਨੇ। ਗੁਰੂ ਸਾਹਿਬ ਜੀ ਦਾ ਨਾਮ ਆਪਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਅਸਾਮ ਵਿੱਚ ਜਾਓ ਉਹ ਰੱਖ ਕਹਿੰਦੇ ਨੇ ਨਾਨਕ ਲਾਮਾ। ਏਦਾਂ ਵੱਖਰੇ ਵੱਖਰੇ ਨਾਮ ਰੱਖੇ ਆ ਗੁਰੂ ਸਾਹਿਬ ਨੇ। ਪਰ ਗੱਲ ਇਹ ਹੈ ਵੀ ਗੁਰੂ ਜੀ ਪਿਆਰ ਉਹਨਾਂ ਨੂੰ ਕਰਨਗੇ ਜਿਹੜੇ ਗੁਰੂ ਦਾ ਬਚਨ ਮੰਨਣਗੇ। ਹਾਂਜੀ, ਥੈਂਕ ਯੂ ਸਰ। ਓਕੇ ਬੇਟੇ। 15246 ਜੀ ਅਨਮਿਊਟ ਕਰ ਲਓ ਜੀ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਜੀ ਵਾਹਿਗੁਰੂ ਜੀ, ਮੈਂ ਤੁਹਾਡੇ ਤੋਂ ਆਪ ਪੁੱਛਣਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿਵੇਂ ਹੋਈ ਸੀ? ਬੇਟੇ ਇਤਿਹਾਸ ਮੁਤਾਬਕ ਤਾਂ ਇਹ ਹੈ ਕਿ ਭਾਈ ਗੁਰਦਾਸਪੁਰ ਜ਼ਿਲ੍ਹੇ ਦੇ, ਗੁਰਦਾਸਪੁਰ ਦੇ ਨੇੜੇ ਨਾ ਗੁਰਦਾਸ ਨੰਗਲ ਜਗ੍ਹਾ ਦਾ ਨਾਮ ਹੈ। ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੈਦ ਕੀਤਾ, ਕੈਦ ਕਰਕੇ ਦਿੱਲੀ ਲਿਜਾਇਆ ਗਿਆ। ਉਸ ਤੋਂ ਬਾਅਦ ਉਹਨਾਂ ਦੇ ਹੱਥ ਪੈਰ ਕੱਟਣ ਤੋਂ ਬਾਅਦ ਹਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਦਿਲ ਕੱਢ ਕੇ 5 ਸਾਲ ਦੀ ਉਹਨਾਂ ਦੀ ਉਮਰ ਭਾਈ ਜੈ ਸਿੰਘ ਜੀ ਇਤਿਹਾਸ ਵਿੱਚ ਜੋ ਦੱਸਿਆ, ਉਹ ਤੜਫਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਗਿਆ। ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। ਠੀਕ ਹੈ ਜੀ। ਇਥੋਂ ਮੈਸੇਜ ਬੇਟੇ, ਹਾਂ ਤੁਸੀਂ ਸਵਾਲ ਬੇਟੇ, ਸੁਨੇਹਾ ਇਹ ਤੋਂ ਇਹ ਮਿਲਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਨੂੰ ਗੁਰਸਿੱਖਾਂ ਨੇ ਇੰਨੇ ਪਿਆਰ ਨਾਲ ਕਮਾਇਆ ਕਿ ਡੋਲੇ ਨਹੀਂ ਹੈਗੇ। ਆਪਾਂ ਤਾਂ ਕਈ ਵਾਰ ਨਾ ਆਪਣੇ ਘਰ ਚ ਕੋਈ ਲੱਡੂ ਫੇਰਨ ਵਾਲੇ ਪਿੰਡਾਂ ਚ ਆ ਜਾਂਦੇ ਨਾ, ਲੱਡੂ ਵਿਆਹ ਦੇ ਲੱਡੂ ਫੇਰਨ,
ਵੀ ਕਿਸੇ ਨੇ 2 ਲੱਡੂ ਦਿੱਤੇ, ਇਹ ਨਹੀਂ ਪਤਾ 2 ਭੈਣ ਭਰਾ ਦੋਨੋਂ ਇੱਕ ਜਣਾ ਖਾ ਗਿਆ, ਮੁੜ ਕੇ ਝੂਠ ਬੋਲਦੇ ਵੀ ਨਾ ਇਹ ਤਾਂ ਲੱਡੂ ਤਾਂ ਹੈ ਨਹੀਂ ਸੀ, ਤਾਂ ਇਕੱਲੇ ਮਖਾਣੇ ਸੀਗੇ। ਆਪਾਂ ਤਾਂ ਇੰਨੀ ਕੁ ਚੀਜ਼ ਤੇ ਡੋਲ ਜਾਂਦੇ ਆ ਬੇਟੇ, ਹਨਾ, ਇੰਨੀ ਕੁ ਚੀਜ਼ ਤੇ ਡੁੱਲ ਜਾਂਦੇ ਆ। ਨਹੀਂ, ਕਾਇਮ ਰਹਿਣਾ ਆਪਣੀ ਜ਼ਿੰਦਗੀ 'ਚ, ਨੈਗੇਟਿਵ ਨਹੀਂ ਹੋਣਾ। ਹਾਂਜੀ ਹਾਂਜੀ, ਬਹੁਤ ਧੰਨਵਾਦ ਜੀ ਵੀਰ ਬਹਾਦਰ ਸਿੰਘ ਜੀ। ਅਗਲਾ ਸੈਸ਼ਨ ਹੈ ਸਾਡਾ ਸਪੋਕਨ ਇੰਗਲਿਸ਼ ਦਾ। ਧੰਨਵਾਦ ਜੀ ਤੁਹਾਡਾ। ਪਿਆਰੇ ਬੱਚਿਓ, ਕੋਸ਼ਿਸ਼ ਕਰਿਓ ਬੇਟੇ। ਬਾਕੀ 1 ਮਿੰਟ 'ਚ ਵੀਰ ਜੀ ਮੈਂ ਨਿੱਕੀ ਜਿਹੀ ਬੇਨਤੀ, ਬੇਟੇ ਕੋਈ ਵੀ ਤੁਹਾਡੇ ਬੱਚੇ ਦਾ ਕਿਸੇ ਦਾ ਵੀ ਕੋਈ ਸਵਾਲ ਹੋਵੇ, ਤੁਹਾਡੇ ਕੋਲ ਨੰਬਰ ਹੈਗੇ ਆ ਨਾ, ਕਦੇ ਵੀ ਬੇਟੇ ਕੋਈ ਗੱਲ, ਮੈਂ ਹਰ ਕੈਂਪ 'ਚ ਬੇਟੇ ਹਰ ਜਗ੍ਹਾ ਇੱਕ ਨਿੱਕੀ ਜਿਹੀ ਗੱਲ ਜ਼ਰੂਰ ਕਹਿਣਾ ਹੁੰਦਾ ਬੱਚਿਆਂ ਨੂੰ ਵੀ ਬੇਟੇ ਕੋਈ ਵੀ ਗੱਲ ਆਪਣੇ ਮਾਤਾ ਪਿਤਾ ਤੋਂ, ਆਪਣੇ ਟੀਚਰ ਤੋਂ, ਜਿਹੜੀ ਗੱਲ ਤੁਹਾਡੇ ਦਿਮਾਗ ਤੇ ਬੋਝ ਪਾਉਂਦੀ ਹੈ, ਜਿਹੜੀ ਗੱਲ ਤੁਹਾਨੂੰ ਟੈਨਸ਼ਨ ਦਿੰਦੀ ਹੈ ਪੁੱਤਰ, ਉਹ ਗੱਲ ਕਦੇ ਵੀ ਨਾ ਛਪਾਇਓ। ਆਪਣੇ ਕੋਲ ਛਪਾ ਕੇ ਨਹੀਂ ਰੱਖਣੀ, ਭਾਰ ਨਹੀਂ ਪਾਉਣਾ ਦਿਮਾਗ ਤੇ। ਕਿਸੇ ਦੇ ਰਾਹੀਂ ਪੇਰੈਂਟਸ ਤੱਕ ਆਪਣੀ ਗੱਲ ਆਵਾਜ਼ ਜ਼ਰੂਰ ਪਹੁੰਚਾਇਓ। ਤੁਹਾਨੂੰ ਕੋਈ ਵੀ ਪਲੇਟਫਾਰਮ ਨਹੀਂ ਮਿਲਦਾ ਤਾਂ ਤੁਹਾਡੇ ਕੋਲ ਇਹ ਸੰਸਥਾ ਹੈਗੀ ਹੈ ਆਪਣੇ ਦਿਲ ਦੀ ਗੱਲ ਦੱਸਣ ਵਾਸਤੇ। ਕੋਈ ਤੁਹਾਡਾ ਫਰੈਂਡ ਸਰਕਲ, ਕੋਈ ਬੱਚਾ ਚੁੱਪ ਰਹਿੰਦਾ ਹੈ, ਕੋਈ ਬੱਚਾ ਪਰੇਸ਼ਾਨ ਰਹਿੰਦਾ ਤੁਹਾਡੀ ਕਲਾਸ ਦੇ ਵਿੱਚ, ਪਲੀਜ਼ ਬੇਟੇ ਉਹਦੇ ਨਾਲ ਇਹ ਗੱਲ ਸ਼ੇਅਰ ਕਰਨੀ ਹੈ। ਕਦੇ ਵੀ ਆਪਾਂ ਦਿਮਾਗ ਤੇ ਬੋਝ ਨਹੀਂ ਰੱਖਣਾ। ਅੱਜ ਬੱਚੇ ਬਹੁਤ ਜ਼ਿਆਦਾ ਆਪਣੇ ਘਰ ਦੀਆਂ ਪ੍ਰੋਬਲਮਾਂ ਦਾ, ਸਮਾਜਿਕ ਪ੍ਰੋਬਲਮਾਂ ਦਾ, ਹੋਰ ਖੱਬੇ ਸੱਜੇ ਦਾ ਬੜਾ ਦਿਮਾਗ ਤੇ ਬੋਝ ਰੱਖਦੇ ਆ। ਪਲੀਜ਼ ਬੇਟੇ ਰਿਲੈਕਸ ਹੋ ਕੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਤੇ ਗੁਰੂ ਨਾਲ ਜੁੜੇ ਰਹੋ। ਧੰਨਵਾਦ ਵੀਰ ਜੀ। ਵਾਹਿਗੁਰੂ ਕਿਰਪਾ ਕਰੇ, ਆਪਾਂ ਸਾਰੇ ਰਲ ਮਿਲ ਕੇ ਜੋ ਸੁਣਿਆ ਸਮਝਿਆ ਜੀਵਨ 'ਚ ਕਮਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ ਵੀਰ ਬਹਾਦਰ ਸਿੰਘ ਜੀ। ਜੇ ਬੱਚਿਆਂ ਦੇ ਮਨ ਦੇ ਵਿੱਚ ਕੋਈ ਹੋਰ ਵੀ ਸਵਾਲ ਹੈ ਜੀ, ਤਾਂ ਚੈਟ ਦੇ ਵਿੱਚ ਵੀਰ ਬਹਾਦਰ ਸਿੰਘ ਜੀ ਦਾ ਨੰਬਰ ਦਿੱਤਾ ਹੋਇਆ ਹੈ 7884891769। ਇਸ ਨੰਬਰ ਤੇ ਆਪ ਜੀ ਵੀਰ ਜੀ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦਾ ਅਗਲਾ ਸੈਸ਼ਨ ਹੈ ਜੀ ਸਪੋਕਨ ਇੰਗਲਿਸ਼ ਦਾ, ਤੇ ਅਗਲਾ ਸੈਸ਼ਨ ਸੰਭਾਲਣਗੇ ਪ੍ਰਿੰਸੀਪਲ ਮੈਡਮ ਕੁਲਵੰਤ ਕੌਰ ਜੀ। ਉਹਨਾਂ ਨੂੰ ਬੇਨਤੀ ਹੈ ਜੀ ਕਿ ਉਹ ਬੱਚਿਆਂ ਦੇ ਨਾਲ ਆਪਣਾ ਟੌਪਿਕ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਇਹ ਸੈਸ਼ਨ ਸਟਾਰਟ ਕਰਨ ਤੋਂ ਪਹਿਲੇ 1-2 ਕੁਐਸਚਨਸ ਮੈਨੂੰ ਜਸਟ ਆਏ। ਇੱਕ ਬੱਚਿਓ ਤੁਹਾਡੇ ਗਰੁੱਪ 'ਚ ਇੱਕ ਮੈਸੇਜ ਪਾਇਆ ਗਿਆ ਸੀ ਆਲ ਇੰਡੀਆ ਐਸੇ ਕੰਪੀਟੀਸ਼ਨ, ਤੇ ਉਹਦੇ ਵਿੱਚ ਇੱਕ ਬੱਚੇ ਨੇ ਮੈਨੂੰ ਹੁਣੇ ਹੀ ਪੁੱਛਿਆ ਕਿ ਉਹਦੇ ਵਿੱਚ ਲਿਖਿਆ ਹੋਇਆ ਹੈ if you are a student born on 1st May 2001 and afterwards, ਤੇ ਮੈਂ ਇਹ ਦੱਸ ਦਵਾਂ ਕਿ ਇਹਦਾ ਮੀਨਿੰਗ ਇਹ ਹੈ ਕਿ ਜਿਹੜੇ ਬੱਚਿਆਂ ਦਾ ਜਨਮ 1 ਮਈ 2001 ਅਤੇ ਉਸ ਤੋਂ ਬਾਅਦ ਦਾ ਹੈ, 1 ਮਈ 2001 and afterwards ਦਾ ਮਤਲਬ ਹੁੰਦਾ ਉਸ ਤੋਂ ਬਾਅਦ, ਤੇ ਉਹ ਜਿਹੜੇ ਹੈ ਇਸ ਐਸੇ ਕੰਪੀਟੀਸ਼ਨ ਦੇ ਵਿੱਚ ਪਾਰਟ ਲੈ ਸਕਦੇ ਹੈ। ਔਰ ਉਸ ਤੋਂ ਬਾਅਦ ਇਹ ਲਿਖਿਆ ਹੋਇਆ ਕਿ ਉਹਦੇ ਟੌਪਿਕ ਵੀ ਪਲੀਜ਼ ਐਕਸਪਲੇਨ ਕਰ ਦਿਓ। ਤੇ ਜਿਹੜੇ ਟੌਪਿਕ ਹੈ ਐਸੇ ਕੰਪੀਟੀਸ਼ਨ ਦੇ ਉਹ ਹੈ ਕਿ what do the life and teachings of Guru Tegh Bahadur Ji teach us to live a useful life, ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਜ਼ਿੰਦਗੀ ਤੇ ਸਿੱਖਿਆਵਾਂ ਉਹ ਸਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣ ਲਈ ਪ੍ਰੇਰਿਤ ਕਰਦੀਆਂ ਨੇ, ਯਾਨੀ ਉਹਨਾਂ ਦਾ ਜੀਵਨ ਅਤੇ ਸਿੱਖਿਆਵਾਂ। ਤੇ ਦੂਸਰਾ ਇਹਦਾ ਟੌਪਿਕ ਹੈ why Guru Tegh Bahadur Ji is called ਹਿੰਦ ਦੀ ਚਾਦਰ। ਇੱਥੇ ਹਿੰਦੀ ਦੀ ਚਾਦਰ ਲਿਖਿਆ, ਐਕਚੁਅਲੀ ਇਟਸ ਹਿੰਦ ਦੀ ਚਾਦਰ। ਉਹਨਾਂ ਨੂੰ ਧਰਮ ਦੀ ਚਾਦਰ ਜਾਂ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ? ਇਹਨਾਂ 2 ਟੌਪਿਕਸ ਦੇ ਉੱਪਰ ਤੁਸੀਂ ਹਾਂਜੀ, ਥੈਂਕ ਯੂ ਸੋ ਮਚ। ਤੇ ਇਹਦੇ ਵਿੱਚ ਇਹਨਾਂ 2 ਟੌਪਿਕਸ ਦੇ ਉੱਪਰ ਆਪ ਜੀ ਨੇ ਐਸੇ ਜਿਹੜਾ ਹੈ ਉਹ ਲਿਖਣਾ ਹੈ। ਹਾਂਜੀ, ਇੱਥੇ ਵਾਈ ਗੁਰੂ ਤੇਗ ਬਹਾਦਰ ਜੀ ਇਸ ਕਾਲਡ ਹਿੰਦ ਦੀ ਚਾਦਰ ਔਰ ਧਰਮ ਦੀ ਚਾਦਰ। ਉਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ, ਉਹਨਾਂ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ, ਉਹ ਸਾਨੂੰ ਕੀ ਟੀਚ ਕਰਦੀਆਂ ਨੇ, ਤੇ ਇਹਦੇ ਤੇ ਕਰਨਾ ਹੈ। ਆਈ ਹੋਪ ਬੱਚਿਆਂ ਨੂੰ ਸਮਝ ਆ ਗਿਆ ਹੋਵੇਗਾ। ਹੁਣ ਮੈਂ ਅੱਜ ਦੇ ਲਈ ਸਕਰੀਨ ਸ਼ੇਅਰ ਕਰਨਾ ਚਾਹੁੰਦੀ ਹਾਂ। ਅੱਜ ਦਾ ਟੌਪਿਕ ਡਿਫਰੈਂਟ ਜਿਹਾ ਟੌਪਿਕ ਹੈ। ਅਸੀਂ ਥਰੂ ਆਊਟ ਇਹ ਜਿਹੜੇ COVID-19 ਕਰਕੇ ਬਹੁਤ ਟਾਈਮ ਸਾਨੂੰ ਜਿਵੇਂ ਆਪਣੀ ਇਹ ਜਿਹੜੀ ਪ੍ਰੋਫੈਸ਼ਨਲ ਲਾਈਫ ਤੋਂ ਦੂਰ ਰਹਿਣਾ ਪਿਆ, ਦੋ ਅਸੀਂ ਆਪਣੇ ਘਰੋਂ ਆਪਰੇਟ ਕਰ ਰਹੇ ਸੀਗੇ, ਸਟਿਲ ਕੋਰੋਨਾ ਵਾਇਰਸ ਨੇ ਸਾਡੀ ਲਾਈਫ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ। ਸੋ ਟੁਡੇਜ਼ ਟੌਪਿਕ ਇਜ਼ ਕੋਰੋਨਾ ਵਾਇਰਸ ਵੋਕੈਬਲਰੀ। ਜੋ ਤੁਸੀਂ ਨਿਊਜ਼ਪੇਪਰਸ ਦੇ ਵਿੱਚ ਜਾਂ ਕੁਝ ਨਵੇਂ ਵਰਡਸ ਜਿਹੜੇ ਸਾਡੀ ਲਾਈਫ ਵਿੱਚ ਸੁਣਨ ਨੂੰ ਮਿਲੇ ਵਾਰ-ਵਾਰ ਡਿਊ ਟੂ ਕੋਰੋਨਾ ਵਾਇਰਸ, I'm going to share with you today. So first word is disease. Disease, ਇਹਨੂੰ ਕੀ ਬੋਲਣਾ ਹੈ? Disease ਹੁੰਦਾ ਹੈ ਬਿਮਾਰੀ।
एंड आई हैव आल्सो ट्राइड कि मैं इन्हां दे नाल दे जिहड़े सेंटेंस है वो भी तुहाडे नाल शेयर करा कि असीं उहनूं किद्दां यूज करना है। ओके, डिजीज मीन्स बीमारी। जिवें असीं किहा in December 2019 a new disease was identified in China। 2019 ਵਿੱਚ ਦਸੰਬਰ 2019 ਵਿੱਚ ਚਾਈਨਾ ਵਿੱਚ ਇੱਕ ਨਵੀਂ ਡਿਜ਼ੀਜ਼ ਆਈਡੈਂਟੀਫਾਈ ਕੀਤੀ ਗਈ ਹੈ ਨਾ, ਪਛਾਣੀ ਗਈ ਨਵੀਂ ਡਿਜ਼ੀਜ਼ ਆਈਡੈਂਟੀਫਾਈ ਕੀਤੀ ਗਈ ਚਾਈਨਾ ਚ। ਸੋ ਡਿਜ਼ੀਜ਼ ਮੀਨਸ ਬਿਮਾਰੀ, ਡਿਜ਼ੀਜ਼। ਸੈਕੰਡ ਵਰਡ ਇਜ਼ ਪੈਂਡੇਮਿਕ। ਪੈਂਡੇਮਿਕ ਕੀ ਹੁੰਦਾ ਹੈ? ਮਹਾਮਾਰੀ ਜਿਹਨੂੰ ਅਸੀਂ ਕਹਿੰਦੇ ਆ ਨਾ, ਇੱਕ ਏਦਾਂ ਦੀ ਬਿਮਾਰੀ ਜਿਸ ਨਾਲ ਬਹੁਤ ਵੱਡੇ ਲੈਵਲ ਤੇ ਬਹੁਤ ਵਾਸਟ ਏਰੀਆ ਦੇ ਵਿੱਚ, ਬੜੇ ਵਾਈਡ ਏਰੀਆ ਦੇ ਵਿੱਚ ਲੋਕੀ ਮਰਨ। ਬਟ ਪੈਂਡੈਮਿਕ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਆ ਕਿ ਪੂਰੇ ਵਿਸ਼ਵ ਦੇ ਵਿੱਚੋਂ ਮਹਾਮਾਰੀ ਫੈਲ ਗਈ ਹੋਵੇ, ਹੈ ਨਾ, ਪੂਰੇ ਵਿਸ਼ਵ ਦੀ ਮਹਾਮਾਰੀ ਅਸੀਂ ਜਿਵੇਂ ਕਹਿੰਦੇ ਆ। ਸੋ ਦੈਟ ਇਜ਼ ਕਾਲਡ ਪੈਂਡੈਮਿਕ। ਇੱਕ ਮੈਂ ਐਗਜ਼ਾਮਪਲ ਲੈਣੀ ਆ। Just after the First World War, there was a pandemic of flu. Sorry, बच्चे इत्थे fly लिखा गया थे, flu आना है, FLU. Please make it correct. Which killed up to 40 million people worldwide. पहली विश्व युद्ध, जिहड़ा पहला विश्व युद्ध है, तुहानूं पता होएगा, ये 1914 तो लेके आई थिंक 1918-19 तक रहा सीगा। उस तो बाद फ्लू पैंडेमिक बन गया सीगा, मतलब पूरे विश्व दे विच ये फैल गया सी फ्लू, ते ओने तकरीबन 40 मिलियन लोगां नूं, 1 मिलियन मीन्स 10 lakhs, तो ओने 40 मिलियन लोगां नूं वर्ल्ड वाइड उस फ्लू दा असर पिया सी ते लोकी मरे सी। ठीक है, सो पैंडेमिक मीन्स ऐदां दी महामारी जो पूरे विश्व लेवल ते फैली हुई है, पूरे वर्ल्ड ऑल अराउंड द ग्लोब वो फैली हुई है। ठीक है, नेक्स्ट इज ए तुसी वर्ड देखोगे ASYMPTOMATIC। सो अगर आप ए हटा दिए तो इट्स सिम्टोमैटिक एंड एसिम्टोमैटिक। एसिम्टोमैटिक बोलना है नो। एसिम्टोमैटिक हुंदा है जिहदे विच बीमारी दे लक्षण ना नजर आण। सिम्टोमैटिक हुंदा है जिहदे विच सिम्पटम्स नजर आण, है ना, बीमारी दे लक्षण नजर आण। एसिम्टोमैटिक मीन्स जिहदे विच बीमारी दे लक्षण ना नजर आण। She had no idea if her husband has coronavirus because he was asymptomatic। उन्होंने आइडिया नहीं सी कि उहदे हस्बैंड नूं कोरोना वायरस है कि नहीं, क्योंकि उहदे विच कोई लक्षण नहीं नजर आ रहे सी। सो एसिम्टोमैटिक मीन्स जिहदे विच बीमारी दे सिम्पटम ना नजर आण, है ना। कई बार असीं कहंदे आ इफ यू आर एसिम्टोमैटिक सिंस then also you have to get yourself checked। अगर तुहाडे कोल लक्षण ना भी नजर ना आण तां भी तुहानूं चेक कराना चाहिए। So that is asymptomatic। Next is carrier, CARRIER, carrier। कैरियर ਦਾ मीनिंग ਹੁੰਦਾ ਹੈ, वैसे तो जिवें ਅਸੀਂ ਕਹਿੰਦੇ ਆ ਸਾਈਕਲ ਦੇ ਪਿੱਛੇ कैरियर ਲੱਗਿਆ ਹੋਇਆ है ना, जो चीज चुक के ले जाने वाली, वो चीज ਜਿਹਦੇ ਨਾਲ ਅਸੀਂ ਕਿਸੇ ਚੀਜ਼ ਨੂੰ ਚੁੱਕ ਕੇ ਲੈ ਜਾਂਦੇ ਆ। बट अगर असी बीमारी की गल करिए तो कैरियर मीनस वो चीज जिहड़ी बीमारी नूं एक जगह तो दूजी जगह चुक के ले जा रही है। फॉर एग्जाम्पल असी कहने आ मक्खियां ने, है ना, ये बैक्टीरिया एक जगह तो दूसरी जगह लै जांदियां ने, बीमारी एक जगह तो दूसरी जगह फैलांदियां ने, या मच्छर ने, है ना। सो दे आर कैरियर्स। पीपल, हुण देखो ए बहुत बार यूज हुई है न्यूज़पेपर्स विच या कोई भी इदां दा लिटरेचर है, आजकल ये बड़ा यूज हो रही है। पीपल हु आर एसिम्टोमैटिक कैन स्टिल बी कैरियर्स। जिन्हां लोकां दे विच बीमारी दे लक्षण नहीं है, वो भी बीमारी नूं कैरी कर सकदे, यानी एक तो दूसरे विच पहुंचा सकदे हैं। कई बार की हुंदा है असीं ठीक लग रहे हुंदे आ बट साडे अंदर वो किसी बीमारी दा वायरस हुंदा है। साडी इम्यूनिटी पूरी है, वधिया है, मतलब असीं बीमारियां नाल लड़ सकदे हां, स्टिल असी किसी होर दे वायरस, किसी बीमारी दा वायरस असी दूसरे तक पहुंचा दिंदे हां। लाइक असी हथ नहीं धोए, साडे हत्थां दे थ्रू फैल गया, या असी स्नीजिंग कीती, कफिंग है, उहदे नाल वायरस दूसरे तक पहुंच गया। इहदा मतलब असी कैरियर बन गए उस चीज दे, असी कैरी कर लिया उहनूं ते दूसरे तक पहुंचाता। ठीक है, नेक्स्ट इज कोरोना वायरस। सो कोरोना वायरस असी यही सोच रहे हैं कि ਜਿਹੜੀ डिजीज है इट इज COVID-19। सो कोरोना वायरस वो वायरस है जिहड़ा तुहाडे अंदर
ਇਹ ਇੱਕ ਤਰ੍ਹਾਂ ਦਾ ਫਲੂ ਦਾ ਵਾਇਰਸ ਹੈ ਜਿਹਦੇ ਨਾਲ ਤੁਹਾਨੂੰ ਜ਼ੁਕਾਮ ਵਗੈਰਾ ਹੋ ਜਾਂਦਾ ਹੈ। ਮਤਲਬ ਨਥਿੰਗ ਟੂ ਵਰੀ ਅਬਾਊਟ, ਇਹਦੇ ਵਿੱਚ ਕੁਝ ਡਰਨ ਦਾ ਨਹੀਂ ਹੁੰਦਾ। ਵਾਇਰਸ ਹੈ, ਸਾਨੂੰ ਨਾਰਮਲ ਜ਼ੁਕਾਮ ਵੀ ਹੁੰਦਾ ਹੈ ਨਾ, ਤਾਂ ਵੀ ਉਹ ਕੀ ਹੈ, ਇੱਕ ਤਰ੍ਹਾਂ ਦਾ ਵਾਇਰਸ ਹੀ ਹੈ। ਠੀਕ ਹੈ। Did you know that flu is a coronavirus disease? ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਫਲੂ ਹੈ, ਨਾਰਮਲ ਫਲੂ ਜਿਹਦੇ ਵਿੱਚ ਬਸ ਖੰਘ ਜ਼ੁਕਾਮ ਹੁੰਦਾ ਹੈ, ਉਹ ਵੀ ਇੱਕ ਤਰ੍ਹਾਂ ਦੀ coronavirus disease ਹੈ। Did you know that flu is a coronavirus disease? So coronavirus actually ਕੀ ਹੈ, ਉਹ ਵਾਇਰਸ ਹੈ ਜਿਹੜਾ ਤੁਹਾਨੂੰ ਥੋੜੀ ਬਹੁਤ ਖਾਂਸੀ ਜ਼ੁਕਾਮ, ਖੰਘ ਜ਼ੁਕਾਮ ਐਂਡ ਥੋੜਾ ਬਹੁਤ ਸਾਰੀ ਇਹ ਮਤਲਬ ਇਹ ਨਾਰਮਲ ਫਲੂ ਦੇ ਹੀ ਲੱਛਣ ਹੁੰਦੇ ਨੇ। ਨੈਕਸਟ ਇਜ਼ COVID-19, ਇਹ ਸਾਰਿਆਂ ਨੂੰ ਪਤਾ ਹੈ, ਇਹ ਉਹ ਹੈ ਜਿਹੜਾ ਇਹ ਕਰੋਨਾ ਵਾਇਰਸ, ਜਿਵੇਂ ਆਪਾਂ ਕਹਿੰਦੇ ਨਾ ਨੋਵਲ ਕਰੋਨਾ ਵਾਇਰਸ, ਜੋ ਐਕਚੁਅਲੀ ਇਹ ਡਿਜ਼ੀਜ਼ ਹੈ COVID-19, ਇਹ ਦਸੰਬਰ 2019 ਦੇ ਵਿੱਚ ਆਇਡੈਂਟੀਫਾਈ ਹੋਈ ਸੀ। ਸੋ ਸੈਂਟੈਂਸ ਇਜ਼ all countries are requested to any new confirmed case of COVID-19 within 48 hours। ਇਹ ਵੈਸੇ ਇੱਕ ਸੈਂਟੈਂਸ ਲੈ ਕੇ ਜਿਨ੍ਹਾਂ ਜਿਹੜੇ ਵੀ ਕੰਟਰੀਜ਼ ਦੇ ਵਿੱਚ COVID-19 ਦੇ ਕੇਸ ਹੈ ਉਹ ਆਪਣੇ ਕੇਸਿਸ ਨੂੰ ਰਿਪੋਰਟ ਕਰਨ। ਠੀਕ ਹੈ। ਸੋ ਇਹ ਲਾਈਨਸ ਮੈਂ ਕੁਝ ਨਿਊਜ਼ ਪੇਪਰਸ ਦੇ ਵਿੱਚੋਂ ਚੁੱਕੀਆਂ ਨੇ। ਠੀਕ ਹੈ। ਨੈਕਸਟ ਇਜ਼ ਡਾਇਗਨੋਸ। ਡਾਇਗਨੋਸ ਹੁੰਦਾ ਹੈ ਜਦੋਂ ਅਸੀਂ ਕਿਸੇ ਬਿਮਾਰੀ ਦੀ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਪੂਰੀ ਉਹਦੀ ਜਾਂਚ ਪੜਤਾਲ ਕਰਦੇ ਹਾਂ, ਹੈ ਨਾ, ਡਾਇਗਨੋਸ। Only a medical professional can properly diagnose the cause of your problem, है ना। ਅਸੀਂ ਜਿਵੇਂ ਕਹਿਣਾ ਹੋਵੇ ਕਿ ਸਾਡੀ ਪ੍ਰੋਬਲਮ ਦੀ ਐਕਚੁਅਲੀ ਜੜ ਕਿਉਂ ਸਾਨੂੰ ਪ੍ਰੋਬਲਮ ਆਈ ਹੈ, ਤਾਂ ਇੱਥੇ ਮੈਂ ਸੈਂਟੈਂਸ ਲਿਆ ਹੈ ਕਿ only a medical professional can properly diagnose the cause of your problem। ਤੁਹਾਡੀ ਪ੍ਰੋਬਲਮ ਨੂੰ ਅੱਛੀ ਤਰ੍ਹਾਂ ਉਹੀ ਜਾਣ ਸਕਦਾ ਹੈ, ਅੱਛੀ ਤਰ੍ਹਾਂ ਉਹੀ ਪਤਾ ਕਰ ਸਕਦਾ ਹੈ ਕਿ ਇਹ ਪ੍ਰੋਬਲਮ ਕਿਉਂ ਹੋ ਰਹੀ ਹੈ। ਸੋ ਉਹ ਕੌਣ ਕਰ ਸਕਦਾ ਹੈ? ਓਨਲੀ ਅ ਮੈਡੀਕਲ ਪ੍ਰੋਫੈਸ਼ਨਲ, ਜਿਹਨੂੰ ਇਸ ਪ੍ਰੋਫੈਸ਼ਨ ਦੀ ਨੌਲੇਜ ਹੈ ਨਾ। ਮੈਡੀਕਲ ਪ੍ਰੋਫੈਸ਼ਨਲ ਮੀਨਸ ਡਾਕਟਰ। ਡਾਕਟਰ ਹੀ ਤੁਹਾਡੀ ਪ੍ਰੋਬਲਮ ਦਾ ਰੀਜ਼ਨ ਤੇ ਉਹਨੂੰ ਪ੍ਰੋਬਲਮ ਕਿਉਂ ਹੋ ਰਹੀ ਹੈ ਉਹਨੂੰ ਡਾਇਗਨੋਸ ਕਰ ਸਕਦਾ ਹੈ ਚੰਗੀ ਤਰ੍ਹਾਂ। ਨੈਕਸਟ ਇਜ਼ ਐਪੀਡੈਮਿਕ। ਐਪੀਡੈਮਿਕ ਦਾ ਮਤਲਬ ਹੁੰਦਾ ਮਹਾਮਾਰੀ, ਜਿਹਦੇ ਨਾਲ ਇੱਕ ਵਾਸਟ ਏਰੀਆ ਦੇ ਵਿੱਚ, ਇੱਕ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਵਾਈਡ ਏਰੀਆ ਦੇ ਵਿੱਚ, ਵਾਈਡ ਖੇਤਰ ਦੇ ਵਿੱਚ ਕੋਈ ਬਿਮਾਰੀ ਫੈਲਦੀ ਹੈ, ਉਹਨੂੰ ਅਸੀਂ ਐਪੀਡੈਮਿਕ ਕਹਿੰਦੇ ਹਾਂ, ਮਹਾਮਾਰੀ ਕਹਿੰਦੇ ਹਾਂ। The city was devastated by an epidemic of cholera in the 19th century। Just a sentence ਕਿ 19ਵੀਂ ਸਦੀ ਦੇ ਵਿੱਚ ਕੋਲੇਰਾ ਕੀ ਹੈ? ਹੈਜ਼ਾ ਮਹਾਮਾਰੀ ਨੇ ਸਿਟੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਕਿਸੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਡੈਵਸਟੇਟ ਮੀਨਸ ਬਿਲਕੁਲ ਉਹਦਾ ਉਹ ਕਰਤਾ, ਉਹਨੂੰ ਉਜਾੜ ਦਿੱਤਾ। The city was devastated by an epidemic of cholera in the 19th century। Next is infect। infect ਹੁੰਦਾ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇੱਕ ਇਨਫੈਕਸ਼ਨ ਹੋ ਗਈ, ਇੱਕ ਤੋਂ ਦੂਸਰੇ ਤੱਕ ਦੂਸਰਾ ਬੰਦਾ ਹੈ ਉਸ ਚੀਜ਼ ਤੋਂ ਇਨਫੈਕਟ ਹੋ ਗਿਆ, ਹੈ ਨਾ। ਕੋਈ ਡਿਜ਼ੀਜ਼ ਹੈ, ਕੰਟੇਜੀਅਸ ਹੈ, ਇੱਕ ਤੋਂ ਦੂਸਰੇ ਵਿੱਚ ਫੈਲ ਜਾਂਦੀ ਹੈ। ਅਸੀਂ ਕਹਿੰਦੇ ਕਿਸੇ ਬਿਮਾਰੀ ਤੋਂ ਉਹ ਇਨਫੈਕਟ ਹੋ ਗਿਆ। ਠੀਕ ਹੈ। ਕੈਨ ਇਟ ਇਨਫੈਕਟ ਹਿਊਮਨ ਬੀਇੰਗਸ? ਜਿਵੇਂ ਅਸੀਂ ਕਿਹਾ ਕਿ ਇਹਦੇ ਨਾਲ ਕੀ ਹਿਊਮਨ ਬੀਇੰਗਸ ਨੂੰ ਕੋਈ ਇਨਫੈਕਸ਼ਨ ਹੋ ਸਕਦੀ ਹੈ, ਇਨਫੈਕਟ ਹੋ ਸਕਦੇ ਹੈ। ਕੈਨ ਇਟ ਇਨਫੈਕਟ ਹਿਊਮਨ ਬੀਇੰਗਸ? ਐਂਡ ਇਨਫੈਕਟ ਅਸੀਂ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ, the doctors were able to cure his infected lungs। so lungs ਦੇ ਵਿੱਚ infection ਹੋਈ ਹੈ, so ਅਸੀਂ ਕਹਿੰਦੇ ਹਾਂ infected lungs। ਮੰਨ ਲਓ lungs ਦੇ ਵਿੱਚ infection ਹੋ ਗਈ ਹੈ ਨਾ, ਤਾਂ ਅਸੀਂ ਕੀ ਕਹਿੰਦੇ ਹਾਂ ਕਿ ਉਹਦੇ lungs infect ਹੋ ਗਏ। so the doctors were able to cure his infected lungs। ਡਾਕਟਰਸ ਨੇ ਉਹਦੇ infected lungs ਨੂੰ cure ਕਰ ਲਿਆ, ਉਹਦਾ ਇਲਾਜ ਕਰ ਲਿਆ। next is infection। ਇਨਫੈਕਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅਸੀਂ ਕਹਿੰਦੇ ਹਾਂ ਕਿਸੇ ਨੂੰ ਜ਼ਖਮ ਹੋ ਗਿਆ, ਉਹਦੇ ਚ ਇਨਫੈਕਸ਼ਨ ਹੋ ਗਈ, ਬੈਕਟੀਰੀਆ ਜ਼ਿਆਦਾ ਹੋ ਜਾਂਦਾ ਹੈ, ਇਨਫੈਕਸ਼ਨ ਹੋ ਜਾਂਦੀ ਹੈ, ਉਹ ਜ਼ਖਮ ਜਿਹੜਾ ਹੈ ਹੋਰ ਫੈਲ ਜਾਂਦਾ ਹੈ ਨਾ। ਟਰਮਰਿਕ helps in protecting our skin against various infections। so turmeric is ਹਲਦੀ ਸਾਡੀ ਸਕਿਨ ਨੂੰ ਪ੍ਰੋਟੈਕਟ ਕਰਦੀ ਹੈ ਇਨਫੈਕਸ਼ਨ ਦੇ ਖਿਲਾਫ। ਮਤਲਬ ਕਿ ਸਾਡੀ ਸਕਿਨ ਚ ਅਗਰ ਤੁਸੀਂ ਆਪਣੀ ਸਕਿਨ ਤੇ ਹਲਦੀ ਦਾ ਯੂਜ਼ ਕਰਦੇ ਹੋ, ਕੋਈ ਜ਼ਖਮ ਹੋ ਗਿਆ,
ਤਾਂ ਉਸ ਜ਼ਖਮ ਨੂੰ ਹੋਰ ਜ਼ਿਆਦਾ ਫੈਲਣ ਤੋਂ, ਹੋਰ ਜ਼ਿਆਦਾ ਇਨਫੈਕਟ ਹੋਣ ਤੋਂ ਰੋਕਦੀ ਹੈ। ਟਰਮਰਿਕ helps in protecting our skin against various infections. So ਹਲਦੀ ਸਾਡੀ skin ਨੂੰ ਬਹੁਤ ਸਾਰੀਆਂ ਇਨਫੈਕਸ਼ਨਸ ਤੋਂ ਪ੍ਰੋਟੈਕਟ ਕਰਨ ਦੇ ਵਿੱਚ ਹੈਲਪ ਕਰਦੀ। Then is isolate. ਇਹ ਵਰਡ ਵੀ ਤੁਸੀਂ ਬਹੁਤ ਸੁਣਿਆ ਹੋਵੇਗਾ। ਆਈਸੋਲੇਟ ਹੁੰਦਾ ਹੈ ਕਿਸੇ ਨੂੰ ਕੱਲਾ ਕਰ ਦੇਣਾ, ਹੈ ਨਾ, ਆਈਸੋਲੇਟ ਕਰ ਦੇਣਾ, ਕੱਲਾ ਕਰ ਦੇਣਾ। ਜਿਵੇਂ ਅਸੀਂ ਕਹਿ ਰਹੇ ਹਾਂ ਕਿ ਆਈਸੋਲੇਟ ਹੋ ਜਾਓ, ਯਾਨੀ ਕਿ ਕੱਲੇ ਆਪਣੇ ਆਪ ਨੂੰ ਬਾਕੀਆਂ ਤੋਂ ਅਲੱਗ ਕਰ ਦਿਓ, ਆਈਸੋਲੇਟ, ਹੈ ਨਾ। ਕੋਈ ਆਪਾਂ ਕਹਿੰਦੇ ਕਿ ਉਹ ਇਸ ਟਾਈਮ ਆਈਸੋਲੇਸ਼ਨ ਚ ਹੈ, ਯਾਨੀ ਕੱਲਾ ਅਲੱਗ ਥਲੱਗ ਕਰ ਦੇਣਾ ਆਪਣੇ ਆਪ ਨੂੰ ਸਾਰਿਆਂ ਤੋਂ। The doctors will isolate anyone suspected of having the disease. Doctors ਜਿਸ ਤੇ ਵੀ ਉਹਨਾਂ ਨੂੰ ਸ਼ੱਕ ਹੋਏ ਕਿ ਇਹਨੂੰ ਕੋਈ ਬਿਮਾਰੀ ਹੈ, ਉਸਨੂੰ ਆਈਸੋਲੇਟ ਕਰ ਦੇਣਗੇ। ਇਹ ਚੀਜ਼ ਵੀ ਤੁਸੀਂ ਨਿਊਜ਼ਪੇਪਰ 'ਚ ਬਹੁਤ ਸੁਣੀ ਹੋਈ, ਪੜ੍ਹੀ ਹੋਏਗੀ। The doctors will isolate. Doctors, anyone suspected ਮਤਲਬ ਜਿਹਦੇ ਤੇ ਸ਼ੱਕ ਹੋਏ ਕਿ ਉਹਨੂੰ ਕੋਈ ਬਿਮਾਰੀ ਹੈ ਤੇ ਉਹਨੂੰ ਆਈਸੋਲੇਟ ਕਰ ਦੇਣਗੇ। ਆਈਸੋਲੇਟ। Then is isolation. Isolation means ਉਹ ਮਾਹੌਲ ਜਿਹਦੇ ਵਿੱਚ ਤੁਸੀਂ ਕੱਲੇ ਕਰ ਦਿੰਦੇ ਹੋ ਆਪਣੇ ਆਪ ਨੂੰ, ਆਈਸੋਲੇਸ਼ਨ, ਠੀਕ ਹੈ। ਹੀ ਇਜ਼ ਇਨ ਆਈਸੋਲੇਸ਼ਨ ਮਤਲਬ ਕਿ ਉਹ ਆਪਣੇ ਆਪ ਨੂੰ ਉਹਨੇ ਅਲੱਗ ਕਰ ਲਿਆ, ਉਹ ਆਈਸੋਲੇਸ਼ਨ ਦੇ ਵਿੱਚ ਹੈ, ਮਤਲਬ ਉਹ ਉਸ ਹਾਲਤ ਵਿੱਚ ਹੈ ਜਿੱਥੇ ਉਹ ਸਭ ਤੋਂ ਕੱਟ ਆਫ ਹੈ, ਸਭ ਤੋਂ ਅਲੱਗ ਥਲੱਗ ਹੈ। ਜਿਵੇਂ ਮੰਨ ਲਓ ਕਿਸੇ ਨੂੰ ਕੋਈ ਫਲੂ ਹੈ, ਕੋਲਡ ਹੈ, ਆਪਾਂ ਕਹਿੰਦੇ ਹਾਂ ਤੂੰ ਸਾਰਿਆਂ ਦੇ ਵਿੱਚ ਨਾ ਬੈਠ, ਆਈਸੋਲੇਟ ਹੋ ਜਾ, ਕਿਉਂਕਿ ਉਹਦੇ ਨਾਲ ਫਲੂ ਜਿਹੜਾ ਹੈ ਦੂਸਰਿਆਂ ਨੂੰ ਵੀ ਫੈਲ ਸਕਦਾ ਹੈ। ਹੀ ਇਜ਼ ਇਨ ਦੀ ਆਈਸੋਲੇਸ਼ਨ। ਨੈਕਸਟ ਇਜ਼ ਮਾਸਕ। वेरी इजी, वेरी इंपॉर्टेंट। ये सानू सारियां नू लगा के रखना चाहिए है, और लगाना इस तरह चाहिए कि वो इफेक्टिव भी होए। मास्क, प्लीज वेयर अ मास्क। ये सानू सारियां नू बार-बार टाइम टू टाइम एंड कहा जाता है कि मास्क हमेशा पा के रखिए, सो दैट कि असी वो जिहड़े है उस वायरस जिहड़ा है साडे कोल किसी दूसरे तो कैरी होके साडे तक ना पहुंच जाए। Then is patient zero. पेशेंट जीरो भी न्यूज़पेपर च बहुत यूज होता है। पेशेंट जीरो जदों स्पैशली कोई डिजीज, कोई नवी डिजीज आइडेंटिफाई होती है, सो वो बंदा जेड़ा कि उस डिजीज तो पहली बार आइडेंटिफाई होए कि ए दिस इज द फर्स्ट मैन जिन्हों ए कोविड होया सी, होया हो सकता है किसी होर नूं जिन्हों आइडेंटिफाई किया जाता है कि जिन्हों लभ लिया जाता है कि अच्छा ए वाला है जेड़ा इहनूं सब तो पहले ए वाली डिजीज हुई सी। So that is patient zero. The authorities were trying to determine who patient zero was. अधिकारी जड़े हैं वो ये लभन दी कोशिश करे सी कि patient zero केड़ा है। Determine होंदा है सुनिश्चित करना किसी चीज नूं कि patient zero केड़ा है, ठीक है। So patient zero वो होंदा है जिहदे जेड़ा आइडेंटिफाई किया जाता है कि सब तो पहले इहदे विच बीमारी आइडेंटिफाई की गई, सब तो पहला पेशेंट आपां कह सकते हैं, है ना। So the authorities were trying to determine who patient zero was. Next is PPE, personal protective equipment. Personal protective equipment. ये भी तुसी देखा होगा PPE kits पाइयां हुंदियां हैं डॉक्टर्स ने या हेल्थ वर्कर्स ने, फ्रंट लाइन वर्कर्स ने, उन्होंने PPE kit पाई हुंदी है, ठीक है ना। So the sentence is much of the PPE worn by the doctors has to be worn once and destroyed after use. PPE kits हैं जिहड़ियां जो डॉक्टर्स पांदे हैं, इन्हां नूं एक बार ही पाना चाहिदा है ते आफ्टर यूज ओनू डिस्ट्रॉय कर देना चाहिदा है, ठीक है। इट्स जस्ट अ सेंटेंस बच्चे, मैं सिर्फ एक सेंटेंस ओदी यूजेज दसी है कि इनू किस तरह सेंटेंस दे विच यूज करना है, ओके। नेक्स्ट इज क्वारंटाइन। ओके, क्वारंटाइन भी तुहानू सारियां नू पता होएगा। क्वारंटाइन हुंदा है वो भी है कि किसी नू अलग थलग कर देना फॉर अ स्पेसिफाइड पीरियड ऑफ टाइम कि इस चीज तो अलग कर देना। हुण इहदे विच तुसी एक होर चीज नोटिस करोगे सेंटेंस दे विच, पहले टाइम च की हुंदा सीगा या हुण भी की हुंदा है, जदों शिप्स जिहड़ियां है, शिप्स पानी वाले जहाज किसी ऐसी कंट्री तो आंदे सी जिथे कोई बीमारी फैली हुई होवे, ते जदों किसी दूसरी कंट्री दे पहुंचदे सी ना तो उन्हां नूं क्वारंटाइन कर दिता जांदा सीगा कि तुसी
ਇੰਨੇ ਦਿਨ 10 दिन या 12 दिन ਉਹ ਸ਼ਿਪ ਦੇ ਵਿੱਚੋਂ ਸਮਾਨ ਬਾਹਰ ਹੀ ਨਹੀਂ ਸੀ ਨਿਕਾਲਿਆ ਜਾਂਦਾ। ਸੋ ਫॉर ਸੈਂਚੁਰੀਜ਼, ਸਦੀਆਂ ਤੋਂ ਇਹ ਕੀ ਹੋ ਰਿਹਾ ਹੈ, ਇਟਸ ਬੀਨ ਕਾਮਨ, ਇਹ ਬੜੀ ਆਮ ਜੀ ਗੱਲ ਹੈ। ਫॉर ਸ਼ਿਪਸ ਅਰਾਈਵਿੰਗ ਫਰੋਮ ਇਨਫੈਕਟਡ ਏਰੀਆਜ਼, ਆਪਾਂ ਹੁਣੇ ਇਨਫੈਕਟ ਵਰਡ ਕੀਤਾ ਹੈ ਕਿ ਜਿਸ ਏਰੀਆ ਦੇ ਵਿੱਚ ਕੋਈ ਇਨਫੈਕਸ਼ਨ ਹੈ, ਇਨਫੈਕਟਡ ਏਰੀਆ ਹੈ, ਉੱਥੋਂ ਅਗਰ ਕੋਈ ਸ਼ਿਪਸ ਦੂਸਰੀ ਜਗ੍ਹਾ ਤੇ ਪਹੁੰਚ ਰਹੀ ਹੈ, ਪਾਣੀ ਵਾਲੇ ਜਹਾਜ਼ ਦੂਸਰੀ ਜਗ੍ਹਾ ਤੇ ਪਹੁੰਚ ਰਹੇ ਹੈ, ਤਾਂ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਜਾਂਦਾ ਸੀ, ਕੁਆਰੰਟਾਈਨ। ਨੈਕਸਟ ਇਜ਼ ਸਕਰੀਨਿੰਗ। ਸਕਰੀਨਿੰਗ ਵਰਡ ਵੀ ਤੁਸੀਂ ਕਿਹਾ, ਜਿਵੇਂ 에ਅਰਪੋਰਟ ਤੇ ਜਦੋਂ ਵੀ ਕੋਈ ਪੈਸੇਂਜਰ ਬਾਹਰੋਂ ਆਉਂਦਾ ਉਹਦੀ ਸਕਰੀਨਿੰਗ ਕੀਤੀ ਜਾਂਦੀ, ਜਾਂ ਅਸੀਂ ਕਹਿੰਦੇ ਹਾਂ ਸਕੂਲ ਦੇ ਵਿੱਚ ਸਟੂਡੈਂਟਸ ਜਦੋਂ ਐਂਟਰ ਹੋਣ ਉਹਨਾਂ ਦੀ ਸਕਰੀਨਿੰਗ ਕੀਤੀ ਜਾਵੇ। ਸਕਰੀਨਿੰਗ ਹੁੰਦਾ ਹੈ ਚੈੱਕ ਕਰਨਾ ਕਿ ਇਹਨੂੰ ਕੋਈ ਜਿਵੇਂ ਅਸੀਂ ਕਹਿੰਦੇ ਨਾ ਮਾਮੂਲੀ ਕੋਈ ਬੁਖਾਰ ਤਾਂ ਨਹੀਂ ਹੈ, ਚੈਕਿੰਗ ਕਰਨੀ ਜਸਟ ਕਿ ਉਹਦੇ ਵਿੱਚ ਕੋਈ ਸਿੰਪਟਮਸ ਤਾਂ ਨਹੀਂ ਨਜ਼ਰ ਆ ਰਹੇ। ਜਿਵੇਂ ਸਕੂਲ ਦੇ ਵਿੱਚ ਸਕਰੀਨਿੰਗ ਕਿੱਦਾਂ ਹੁੰਦੀ ਹੈ, ਟੈਂਪਰੇਚਰ ਚੈੱਕ ਕਰਦੇ ਆ, ਅਗਰ ਕਿਸੇ ਦਾ ਟੈਂਪਰੇਚਰ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਨਹੀਂ ਤੁਸੀਂ ਸਕੂਲ ਐਂਟਰ ਨਹੀਂ ਕਰਨਾ ਜਾਂ ਜੋ ਵੀ, ਠੀਕ ਹੈ। ਸਕਰੀਨਿੰਗ, the authorities now conduct screening for all incoming passengers। अधिकारी ਜਿਹੜੇ ਹੈ ਅੱਜ ਕੱਲ ਸਕਰੀਨਿੰਗ ਕਰਦੇ ਆ ਜਿਹੜੇ ਵੀ ਪੈਸੇਂਜਰਸ ਬਾਹਰੋਂ ਆ ਰਹੇ ਹਨ, ਸਕਰੀਨਿੰਗ। next is social distancing, so I think you have heard this word 1000 times। social distancing ਹੁੰਦਾ ਹੈ ਸਮਾਜਿਕ ਦੂਰੀ, social distancing, okay। The government has instructed schools to take social distancing measures to slow the spread of virus। ਸਰਕਾਰ ਨੇ ਸਕੂਲਸ ਨੂੰ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਕਿ ਸਪਰੈਡ, ਵਾਇਰਸ ਦਾ ਫੈਲਾਅ ਰੋਕਣ ਲਈ ਮੈਜਰਸ ਲਿੱਤੇ ਜਾਣ, ਕਦਮ ਚੁੱਕੇ ਜਾਣ, ਸੋਸ਼ਲ ਡਿਸਟੈਂਸਿੰਗ ਮੈਜਰਸ, ਠੀਕ ਹੈ, ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਰਾਦਰ ਇਟ ਇਜ਼ ਫਿਜ਼ੀਕਲ ਡਿਸਟੈਂਸਿੰਗ, ਕਿ ਇੱਕ ਦੂਸਰੇ ਤੋਂ ਤੁਸੀਂ ਦੂਰੀ ਬਣਾ ਕੇ ਰੱਖੋ, ਓਕੇ। ਨੈਕਸਟ ਇਜ਼ ਸਿੰਪਟੋਮੈਟਿਕ। ਆਪਾਂ ਅਸਿੰਪਟੋਮੈਟਿਕ ਕੀਤਾ ਸੀ ਜਿਹਦੇ ਵਿੱਚ ਬਿਮਾਰੀ ਦੇ ਲੱਛਣ ਨਜ਼ਰ ਆਣ। anyone who is symptomatic is advised to excuse me, मेरी स्क्रीन ਦੇ ਵਿੱਚ कुछ issue आ रहा है, is advised to phone a doctor and get tested। ਜਿਹਦੇ ਵਿੱਚ ਬਿਮਾਰੀ ਦੇ ਲੱਛਣ ਨਜ਼ਰ ਆਣ, ਸਿੰਪਟੋਮੈਟਿਕ ਹੋਵੇ, ਉਸਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਾਕਟਰ ਨੂੰ ਕਾਲ ਕਰੇ ਜਾਂ ਟੈਸਟ ਕਰਾਵੇ। then is test negative, test positive। तो ਜਦੋਂ ਤੁਹਾਡਾ ਟੈਸਟ ਨੈਗੇਟਿਵ ਹੁੰਦਾ ਹੈ, ਤੁਸੀਂ ਆਪਣੀ ਇਨਫੈਕਸ਼ਨ ਲਈ ਟੈਸਟ ਕਰਾਉਂਦੇ ਹੋ ਔਰ ਟੈਸਟ ਜਿਹੜਾ ਉਹ ਨੈਗੇਟਿਵ ਆਉਂਦਾ ਹੈ, that means you don't have the infection। ਅਗਰ ਨੈਗੇਟਿਵ ਆ ਗਿਆ ਤਾਂ it means ਤੁਹਾਨੂੰ ਇਨਫੈਕਸ਼ਨ ਨਹੀਂ ਹੈ। then is transmission, ਇੱਕ ਤੋਂ ਜਗ੍ਹਾ ਤੋਂ ਦੂਸਰੀ ਜਗ੍ਹਾ ਕਿਸੇ ਚੀਜ਼ ਦਾ ਜਾਣਾ, ਟ੍ਰਾਂਸਮਿਸ਼ਨ ਹੋਣਾ, ਟ੍ਰਾਂਸਮਿਟ ਹੋਣਾ, ਇੱਕ ਤੋਂ ਦੂਸਰੇ ਤੱਕ ਪਹੁੰਚਣਾ, ਠੀਕ ਹੈ। ਕਿਸੇ ਵੀ ਬਿਮਾਰੀ ਦੀ ਜਿਹੜੀ ਟ੍ਰਾਂਸਮਿਸ਼ਨ ਹੈ, ਇੱਕ ਤੋਂ ਦੂਸਰੀ ਜਗ੍ਹਾ ਬਿਮਾਰੀ ਪਹੁੰਚਦੀ ਹੈ, तो डायरेक्ट और इनडायरेक्ट हो सकती है, यानी डायरेक्टली भी पहुंच सकती है, तो किसी के थ्रू भी, किसी मक्खियां के थ्रू या मच्छरां के थ्रू या साडे जिवें असीं छिक मारी ते दूसरे तक वो डिजीज ट्रांसमिट हो गई, ठीक है, दैट इज ट्रांसमिशन। नेक्स्ट इज वैक्सीन। हुण कल परसों ही आया है न्यूज़पेपर च, आई थिंक कल ही आया है कि 45 ईयर्स तो ऊपर वाले सारे जिहड़े है लोग वो वैक्सीनेशन करा लैन, वैक्सीन लगवा लैन। वैक्सीन मीनस टीका, वो वाला टीका नहीं बच्चे, जेड़ा सिरिंज नहीं, टीका। टीका मीनस वो दवाई दी डोज जेड़ी उस डिजीज तो तुहानू दूर रखती है। वैक्सीन इज टीका। A vaccine for cholera was invented in 1879। हैजा है जेड़ा cholera, CHOLERA, एदी इनु कलरा भी कहते हैं and it is also called cholera। एदी जेड़ी वैक्सीन है वो 1879 ईस्वी दे विच इन्वेंट की गई सी वैक्सीन। A few are left। वायरल, सो वायरल हुंदा है ਉਹ वाली चीज ਜਿਹੜੀ ਕਿਸੇ ਵਾਇਰਸ ਦੇ ਥਰੂ, ਵਿਸ਼ਾਣੂਆਂ ਦੇ ਥਰੂ ਇੱਕ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਦੀ ਹੈ। ਇੱਥੇ ਮੈਂ ਇੱਕ ਸੈਂਟੈਂਸ ਲਿਆ, ਐਂਟੀਬਾਇਓਟਿਕਸ cannot be used to treat viral infections because they don't kill viruses, only bacteria। ਹੁਣ ਕਈ ਵਾਰ ਅਸੀਂ ਕੀ ਕਹਿੰਦੇ ਆ, ਬੁਖਾਰ ਹੋ ਗਿਆ ਐਂਟੀਬਾਇਓਟਿਕਸ ਲੈ ਲਓ, बट एंटीबायोटिक्स है वो बैक्टीरिया किल करते हैं। बैक्टीरिया गुड भी हो सकता है, बैड भी हो सकता है ना। बट जेड़ा वायरल, मतलब अगर कोई चीज वायरस नाल संबंधित है तो ਅਸੀਂ ਉਹਨੂੰ ਕਹਿੰਦੇ ਆ ਵਾਇਰਲ। अगर फीवर है, वायरल फीवर, यानी वो फीवर जेड़ा ਤੁਹਾਨੂੰ ਕਿਸੇ ਵਾਇਰਸ ਤੋਂ ਹੋਇਆ, वायरल फीवर। then is virus। ਇਹ ਵੀ ਉਹੀ ਸੈਂਟੈਂਸ ਅਸੀਂ ਯੂਜ਼ ਕਰ ਸਕਦੇ ਹਾਂ ਕਿ ਸਾਰੀਆਂ ਡਿਜ਼ੀਜ਼ਸ ਜਿਹੜੀਆਂ ਕਿ ਵਾਇਰਸ ਦੇ ਨਾਲ ਹੁੰਦੀਆਂ ਨੇ,
ਉਹਨਾਂ ਨੂੰ ਤੁਸੀਂ ਐਂਟੀਬਾਇਓਟਿਕਸ ਨਾਲ ਕਿਉਰ ਨਹੀਂ ਕਰ ਸਕਦੇ। ਸਾਨੂੰ ਇੰਡੀਅਨਸ ਨੂੰ ਐਂਟੀਬਾਇਓਟਿਕਸ ਲੈਣ ਦੀ ਬਹੁਤ ਹੈਬਿਟ ਹੈ। ਕੁਝ ਬਿਮਾਰੀ ਹੋ ਗਈ ਅਸੀਂ ਐਂਟੀਬਾਇਓਟਿਕਸ ਲੈ ਲੈਂਦੇ ਹਾਂ, ਚਾਹੇ ਉਹ ਬਿਮਾਰੀ ਕਿਸੇ ਵਾਇਰਸ ਤੋਂ ਹੋਈ ਹੋਵੇ ਚਾਹੇ ਕਿਸੇ ਬੈਕਟੀਰੀਆ ਤੋਂ ਹੋਈ ਹੋਵੇ, ਹੈ ਨਾ। ਸੋ ਕਦੇ ਵੀ ਤੁਸੀਂ ਡਾਕਟਰ ਦੀ ਐਡਵਾਈਸ ਤੋਂ ਬਿਨਾ ਦਵਾਈ ਨਹੀਂ ਲੈਣੀ, ਠੀਕ ਹੈ ਜੀ। ਲਾਈਕ ਆਲ ਡਿਜ਼ੀਜ਼ਸ ਕਾਜ਼ਡ ਬਾਈ ਵਾਇਰਸ, ਦ ਕਾਮਨ ਕੋਲਡ, ਜਿਹੜਾ ਕਾਮਨ ਕੋਲਡ ਹੈ ਨਾ, ਜਿਹੜਾ ਸਾਨੂੰ ਸਧਾਰਨ ਸਰਦੀ ਜ਼ੁਕਾਮ ਵੀ ਹੋ ਜਾਂਦਾ ਹੈ, ਇਹਨੂੰ ਤੁਸੀਂ ਐਂਟੀਬਾਇਓਟਿਕਸ ਤੋਂ ਕਿਉਰ ਨਹੀਂ ਕਰ ਸਕਦੇ। The last word is zoonotic. Zoonotic, zoo ਤੋਂ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ, ਉਹ ਚੀਜ਼ ਜਿਹੜੀ ਕਿ ਜਾਨਵਰਾਂ ਤੋਂ ਆਈ ਹੈ। ਜ਼ੂਨੋਟਿਕ, ਕੋਈ ਡਿਜ਼ੀਜ਼ ਜਿਹੜੀ ਜਾਨਵਰਾਂ ਤੋਂ ਆਈ ਹੈ। To protect yourself from zoonotic diseases, to protect yourself, sorry, from zoonotic diseases, it's best to avoid bites and scratches from animals. ਹੁਣ ਅਸੀਂ ਘਰ ਵਿੱਚ ਪੈਟਸ ਕਈ ਵਾਰ ਰੱਖੇ ਹੁੰਦੇ ਆ, ਉਹ ਸਾਨੂੰ ਬਾਈਟ ਵੀ ਕਰ ਦਿੰਦੇ ਆ ਜਾਂ ਸਕ੍ਰੈਚ ਮਾਰ ਦਿੰਦੇ ਆ, ਜਿਵੇਂ ਅਸੀਂ ਕਹਿੰਦੇ ਨਾ ਖਰੁੰਡੇ ਜੇ ਮਾਰ ਦਿੰਦੇ ਆ। ਸੋ ਅਗਰ ਤੁਸੀਂ ਆਪਣੇ ਆਪ ਨੂੰ ਇਹਨਾਂ ਜ਼ੂਨੋਟਿਕ ਡਿਜ਼ੀਜ਼ਸ ਤੋਂ ਬਚਾ ਕੇ ਰੱਖਣਾ ਹੈ ਤਾਂ ਬਾਈਟਸ ਤੋਂ ਜਾਂ ਸਕ੍ਰੈਚਸ ਤੋਂ, ਆਪਣੇ ਐਨੀਮਲਸ ਦੇ ਸਕ੍ਰੈਚਸ ਤੋਂ ਜਾਂ ਬਾਈਟਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। This is for today. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸੇ ਬੱਚੇ ਦਾ ਕੋਈ ਸਵਾਲ ਹੋਵੇ ਜੀ, 1-2 ਮਿੰਟ ਦਾ ਸਮਾਂ ਆਪਣੇ ਕੋਲ ਹੈਗਾ ਹੈ, ਉਸ ਤੋਂ ਬਾਅਦ ਕੈਂਪ ਦੀ ਸਮਾਪਤੀ ਹੋਏਗੀ। 1-2 ਬੱਚੇ ਟਾਈਮ ਲੈ ਸਕਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਤੋਂ ਫਤਿਹ। ਪਹਿਲਾਂ ਮੈਂ ਮੈਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੇਰਾ ਕੁਐਸਚਨ ਹੈ ਕਿ ਕੈਰੀਅਰ ਦਾ ਮੀਨਿੰਗ। ਬੱਚੇ, ਕੈਰੀਅਰ ਮੀਨਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਵਾਲਾ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਿਹੜੀਆਂ ਫਲਾਈਜ਼ ਹੁੰਦੀਆਂ, ਮੱਖੀਆਂ ਹੁੰਦੀਆਂ, ਦੇ ਆਰ ਕੈਰੀਅਰ ਆਫ ਡਿਜ਼ੀਜ਼ਸ। ਉਹ ਡਿਜ਼ੀਜ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੈਰੀ ਕਰਕੇ ਲੈ ਜਾਂਦੀਆਂ ਨੇ ਨਾ, ਤਾਂ ਉਹ ਕੀ ਨੇ? ਕੈਰੀਅਰ ਨੇ, ਚੁੱਕ ਕੇ ਲਿਜਾਣ ਵਾਲਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਸਾਰੇ ਬੱਚਿਆਂ ਨੂੰ ਬੇਨਤੀ ਹੈ ਜੀ, ਮੇਰੀ ਰਿਕੁਐਸਟ, ਸਾਰੇ ਬੱਚੇ ਧਿਆਨ ਨਾਲ ਸੁਣਨਾ ਜੀ, ਕਿਰਪਾ ਕਰਕੇ ਲੀਵ ਨਾ ਕਰਨਾ। ਤੁਸੀਂ ਪਿਛਲੇ ਸਾਲ ਦੇ ਵਿੱਚ ਕੀ ਸਿੱਖਿਆ ਹੈ, ਤੁਹਾਡਾ ਪਿਛਲੇ ਸਾਲ ਦਾ ਕੀ ਐਕਸਪੀਰੀਅੰਸ ਹੈ, ਤੁਹਾਡੀ ਕੋਈ ਆਪਣੀ ਸਟੋਰੀ ਹੈ, ਤੁਸੀਂ ਹੋਰਾਂ ਨਾਲ ਸ਼ੇਅਰ ਕਰ ਸਕਦੇ ਹੋ। 31 ਮਾਰਚ ਨੂੰ ਸਾਰੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇਗਾ ਤੇ ਉਹ ਬੱਚੇ, ਜਿਹੜੇ ਬੱਚੇ ਆਪਣੀ ਸਟੋਰੀ ਦੂਸਰਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੈ, ਉਹਨਾਂ ਨੂੰ ਬੇਨਤੀ ਹੈ ਕਿ ਕੱਲ 26 ਮਾਰਚ ਲਾਸਟ ਦਿਨ ਹੈ, ਤੁਸੀਂ ਆਪਣੀ ਸਟੋਰੀ, ਆਪਣਾ ਐਕਸਪੀਰੀਅੰਸ ਲਿਖ ਕੇ ਉਹਦੀ ਫੋਟੋ ਕਰਕੇ 78884 91769 ਇਸ ਨੰਬਰ ਤੇ ਆਪਣੀ ਸਟੋਰੀ ਦੇ, ਆਪਣੇ ਐਕਸਪੀਰੀਅੰਸ ਦੀ ਫੋਟੋ ਕਰਕੇ ਭੇਜਣੀ ਹੈ ਤੇ ਨਾਲ ਹੀ ਉਹਦਾ ਆਡੀਓ ਮੈਸੇਜ ਭੇਜਣਾ ਹੈ ਕਿ ਤੁਸੀਂ ਉਹਨੂੰ ਦੂਸਰੇ ਨਾਲ ਕਿਸ ਤਰ੍ਹਾਂ ਸ਼ੇਅਰ ਕਰੋਗੇ। ਸੋ ਬੇਨਤੀ ਹੈ ਜੀ, ਸਾਰੇ ਬੱਚਿਆਂ ਨੂੰ ਦੁਬਾਰਾ ਫੇਰ ਦੱਸ ਰਹੇ ਹਾਂ, 31 ਮਾਰਚ ਨੂੰ ਜਿਹੜੇ ਬੱਚੇ ਦੂਸਰਿਆਂ ਨਾਲ ਆਪਣੀ ਸਟੋਰੀ, ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੈ, ਉਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਸਟੋਰੀ ਲਿਖ ਕੇ ਉਹਦੀ ਫੋਟੋ ਕਰਕੇ WhatsApp ਨੰਬਰ ਤੇ ਭੇਜਣੀ ਹੈ। WhatsApp ਨੰਬਰ ਨੋਟ ਕਰ ਲਓ ਜੀ, 78884 91769। ਇਸ ਨੰਬਰ ਤੇ ਸਾਰੇ ਬੱਚਿਆਂ ਨੇ ਆਪਣੀ ਸਟੋਰੀ ਦੀ, ਆਪਣੀ ਐਕਸਪੀਰੀਅੰਸ ਦੀ ਫੋਟੋ ਕਰਕੇ ਭੇਜਣੀ ਹੈ ਤੇ ਕੱਲ ਦਾ ਲਾਸਟ ਦਿਨ ਹੈ ਇਹਦੇ ਵਾਸਤੇ, ਆਪਣੀ ਸਟੋਰੀ ਭੇਜਣ ਵਾਸਤੇ। ਜਿਹੜੇ 10 ਬੱਚਿਆਂ ਦੀ ਸਟੋਰੀ ਬੜੀ ਪ੍ਰੇਰਨਾਮਈ ਹੋਏਗੀ, ਦੂਸਰਿਆਂ ਨੂੰ ਉਤਸ਼ਾਹ ਦੇਣ ਵਾਲੀ ਹੋਏਗੀ, ਉਹਨਾਂ 10 ਸਟੂਡੈਂਟ ਨੂੰ 31 ਮਾਰਚ ਨੂੰ ਮੌਕਾ ਦਿੱਤਾ ਜਾਏਗਾ ਕਿ ਉਹ ਆਪਣੀ ਸਟੋਰੀ ਦੂਸਰੇ ਬੱਚਿਆਂ ਨਾਲ ਸ਼ੇਅਰ ਕਰ ਸਕਦੇ ਹਨ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ ਸਟੂਡੈਂਟ ਇਸ ਦੇ ਵਿੱਚ ਹਿੱਸਾ ਲਓ, ਇਸ ਨੂੰ ਅਟੈਂਡ ਕਰੋ ਜੀ। ਅੱਜ ਹੀ ਆਪਣੀ ਸਟੋਰੀ ਲਿਖ ਕੇ ਇਸ ਨੰਬਰ ਤੇ ਭੇਜ ਦਈਏ। ਤੇ ਜਿਹੜੇ ਬੱਚੇ ਗੁਰਮਤ ਕੈਂਪ ਇਸ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੈ, ਹਾਲੇ ਤੱਕ ਐਡ ਨਹੀਂ, ਉਹਨਾਂ ਨੂੰ ਬੇਨਤੀ ਹੈ ਉਹ ਆਪਣਾ ਨੰਬਰ, WhatsApp ਨੰਬਰ ਚੈਟ ਦੇ ਵਿੱਚ ਲਿਖ ਸਕਦੇ ਹਨ ਜੀ। ਸੋ ਬੱਚਿਆਂ ਦੇ ਕੁਐਸਚਨ ਆ ਰਹੇ ਹੈ ਕਿ ਜਿਹੜੇ ਬੱਚੇ ਆਪਣੀ ਸਟੋਰੀ ਸ਼ੇਅਰ ਕਰਨੀ ਚਾਹੁੰਦੇ ਹੈ, ਉਹ ਆਪਣੀ ਸਟੋਰੀ ਲਿਖ ਕੇ ਉਹਦੀ ਫੋਟੋ ਕਰਕੇ WhatsApp ਨੰਬਰ ਤੇ ਭੇਜਣਗੇ ਜੀ। WhatsApp ਨੰਬਰ ਹੈ 78884 91769। ਇਹ ਨੰਬਰ, ਇਹ ਮੈਸੇਜ ਚੈਟ ਦੇ ਵਿੱਚ ਵੀ ਪਾਇਆ ਹੋਇਆ ਜੀ, ਸਾਰੇ ਬੱਚੇ ਚੈਟ ਦੇ ਵਿੱਚੋਂ ਵੀ ਲੈ ਸਕਦੇ ਹੋ, 78884 91769। ਸੋ ਅੱਜ ਦੇ ਕੈਂਪ ਦੇ ਵਿੱਚ ਜਿੰਨੇ ਵੀ ਬੁਲਾਰਿਆਂ ਨੇ, ਵੀਰ ਬਹਾਦਰ ਸਿੰਘ ਜੀ,
ਭੈਣ ਜੀ ਪ੍ਰਿੰਸੀਪਲ ਕੁਲਵੰਤ ਕੌਰ ਜੀ, ਉਹਨਾਂ ਨੇ ਬੱਚਿਆਂ ਨੂੰ ਸਪੋਕਨ ਇੰਗਲਿਸ਼ ਬਾਰੇ ਵੀ ਦੱਸਿਆ ਏ ਤੇ ਨਾਲ ਦੀ ਨਾਲ ਅਸੀਂ ਆਪਣੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ, ਆਪਣੇ ਆਪ ਨੂੰ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਹਾਂ। ਜੋ COVID-19 ਚੱਲ ਰਿਹਾ ਏ, ਇਹ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ, ਇਸ ਬਾਰੇ ਭੈਣ ਜੀ ਨੇ ਆਪਣੇ ਟੌਪਿਕ ਦੇ ਵਿੱਚ ਬੱਚਿਆਂ ਨੂੰ ਦੱਸਿਆ ਏ, ਬੱਚਿਆਂ ਨੂੰ ਜਾਣੂ ਕਰਵਾਇਆ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਸਮੱਸਿਆ ਦਾ ਹੱਲ ਕੱਢਣਾ ਹੈ, ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ। ਸੋ ਭੈਣ ਜੀ ਦਾ, ਵੀਰ ਬਹਾਦਰ ਸਿੰਘ ਜੀ ਦਾ ਤੇ ਸਾਰੇ ਹੀ ਬੱਚਿਆਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਗੁਰੂ ਨਾਨਕ ਮਲਟੀਵਰਸਿਟੀ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਾਰੇ ਬੱਚੇ ਹੁਣ ਆਪਣੀ ਅਟੈਂਡੈਂਸ ਲਗਾ ਕੇ ਲੀਵ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵੀਰ ਫਤਿਹ। ਜੀ ਜਿਹੜੇ ਬੱਚੇ ਜਾਪ ਸੇਵਾ, ਕੀਰਤਨ ਸੇਵਾ ਲੈਣੀ ਚਾਹੁੰਦੇ ਆ, ਵੀਰ ਜੀ 2-4 ਬੱਚਿਆਂ ਦੇ ਹਾਂਜੀ ਭੈਣ ਜੀ। ਵੀਰ ਜੀ ਕਾਫੀ ਬੱਚਿਆਂ ਦੇ ਸਵਾਲ ਹੈਗੇ, ਜਦ ਤੱਕ 2-4 ਮਿੰਟ ਅਗਰ ਬੱਚਿਆਂ ਦੇ ਸਵਾਲਾਂ ਦੇ ਜਵਾਬ ਅਗਰ ਮੈਮ ਦੇ ਸਕਣ, ਮੈਨੂੰ ਲੱਗਦਾ ਬੱਚਿਆਂ ਦੇ ਕਾਫੀ ਸਵਾਲ ਹੋਣਗੇ। ਹਾਂਜੀ ਭੈਣ ਜੀ, 9 ਬੱਚਿਆਂ ਨੇ ਹੈਂਡ ਰੇਜ਼ ਕੀਤਾ ਹੋਇਆ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਆਈ ਐਮ ਵੈਰੀ ਥੈਂਕਫੁਲ ਟੂ ਯੂ ਕਿ ਤੁਸੀਂ ਸਾਨੂੰ ਇੰਨੀ ਵਧੀਆ ਇੰਗਲਿਸ਼ ਦੇ ਬਾਰੇ ਨੌਲੇਜ ਦਿੱਤੀ। ਇਟਸ ਮਾਈ ਮੈਮ ਪਲੇਜ਼ਰ। ਮਾਈ ਕੁਐਸਚਨ ਇਜ਼ ਦੈਟ ਕਿ ਹਾਊ ਕੈਨ ਵੀ ਇਨਕਰੀਜ਼ ਆਵਰ ਵੋਕੈਬਲਰੀ? ਬੱਚੇ, the more you read, the more you get your vocabulary enhanced. ਜਿੰਨਾ ਜ਼ਿਆਦਾ ਰੀਡਿੰਗ ਕਰੋਗੇ ਨਾ, ਉਨੀ ਜ਼ਿਆਦਾ। So this is the right time। ਤੁਹਾਡੀ ਏਜ ਦੇ ਵਿੱਚ ਤਾਂ ਤੁਸੀਂ ਜਿੰਨਾ ਪੜੋਗੇ ਨਾ, ਤੁਹਾਨੂੰ ਉਨੇ ਵਰਡਸ ਤੁਹਾਡੇ ਰਿਟੇਨ ਹੋ ਜਾਣਗੇ। ਠੀਕ ਹੈ ਮੈਮ ਬਟ ਸਮਟਾਈਮਸ ਵੀ ਲਰਨ ਐਨੀਥਿੰਗ ਬਟ ਫੋਰਗੇਟ ਇਟ ਐਜ਼ ਫਾਸਟ। ਇਹ ਤੁਹਾਨੂੰ ਲੱਗਦਾ ਹੈ, ਇਹ ਤੁਹਾਨੂੰ ਲੱਗਦਾ ਹੈ ਕਿਉਂਕਿ ਤੁਸੀਂ ਸੋਚ ਰਹੇ ਹੋ ਕਿ ਮੈਂ ਆਈ ਫੋਰਗੇਟ ਐਵਰੀਥਿੰਗ। ਇਹ ਹੁੰਦਾ ਨਹੀਂ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਜੇ ਤੁਸੀਂ ਰੀਡਿੰਗ ਇੱਕ ਵਾਰ ਕਰੋਗੇ, 2 ਵਾਰ ਕਰੋਗੇ, ਉਸ ਤੋਂ ਬਾਅਦ ਰਿਟੇਨ ਹੋ ਜਾਏਗਾ ਤੁਹਾਡੀ ਮੈਮਰੀ ਦੇ ਵਿੱਚ। ਓਕੇ ਮੈਮ, ਥੈਂਕ ਯੂ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਕੁਐਸਟ ਟੂ ਯੂ ਪਲੀਜ਼ ਟੈਲ ਅਬਾਊਟ ਕੁਆਰੰਟਾਈਨ ਮੈਮ। ਬੱਚੇ, ਕੁਆਰੰਟਾਈਨ ਹੁੰਦਾ ਹੈ ਕਿਸੇ ਨੂੰ ਇੱਕ ਸਪੈਸੀਫਾਈਡ ਟਾਈਮ ਲਈ ਆਈਸੋਲੇਟ ਕਰ ਦੇਣਾ। ਜਿਵੇਂ ਵੈਸੇ ਕੁਆਰੰਟਾਈਨ ਦਾ ਜੇ ਮੈਂ ਤੁਹਾਨੂੰ ਅਸਲ ਮੀਨਿੰਗ ਦੱਸਾਂ ਨਾ, ਤੇ ਕੀ ਹੁੰਦਾ ਸੀਗਾ, ਜਿਵੇਂ ਬਹੁਤ ਪੁਰਾਣੇ ਟਾਈਮ ਦੇ ਵਿੱਚ ਕਿਸੇ ਕੋਈ ਜਿਵੇਂ ਘਰ ਚ ਵਿਡੋ ਹੋ ਜਾਂਦੀ ਸੀ ਲੇਡੀ, ਤਾਂ ਉਹਨੂੰ 40 ਡੇਜ਼ ਲਈ ਨਾ ਉਹ ਆਪਣੇ ਹਸਬੈਂਡ ਦੇ ਹੋਮ ਚ ਇਕੱਲੇ ਰਹਿਣਾ ਪੈਂਦਾ ਸੀਗਾ। ਸੋ ਇਹ ਵਰਡ ਉੱਥੋਂ ਨਿਕਲਿਆ, ਕੁਆਰੰਟਾਈਨ। ਮਤਲਬ ਤੁਸੀਂ ਬਿਨਾਂ ਕਿਸੇ ਨੂੰ ਮਿਲੇ ਜੁਲੇ ਇੱਕ ਸਪੈਸੀਫਾਈਡ ਟਾਈਮ ਲਈ ਅੰਦਰ ਰਹਿਣਾ ਹੈ, that is quarantine। ਓਕੇ ਮੈਮ, ਥੈਂਕ ਯੂ ਮੈਮ। ਹਾਂਜੀ, ਤੇ ਬਾਈਬਲ ਦੇ ਵਿੱਚ ਵੀ ਇਹਦੇ ਇਦਾਂ ਦੇ ਇੱਕ ਡੈਜ਼ਰਟ ਦਾ ਜ਼ਿਕਰ ਹੈ। ਇੱਕ ਐਸਾ ਰੇਗਿਸਤਾਨ ਬਾਈਬਲ ਦੇ ਵਿੱਚ ਇਹਦੇ ਬਾਰੇ ਦੱਸਿਆ ਗਿਆ ਹੈ ਕਿ ਜਿੱਥੇ ਆਈ ਥਿੰਕ ਜੀਸਸ ਕ੍ਰਾਈਸਟ ਨੇ 40 ਡੇਜ਼ ਲਈ, ਮਤਲਬ ਉਹਨਾਂ ਦੀ ਬਾਈਬਲ ਦੇ ਅਨੁਸਾਰ ਕਿ ਉਹਨਾਂ ਨੇ 40 ਡੇਜ਼ ਲਈ ਫਾਸਟ ਕੀਤਾ ਸੀ, ਤੇ ਉਹ ਵੀ that is also called quarantine। ਸਮਝ ਗਏ? ਹਾਂਜੀ, ਨੈਕਸਟ ਪਲੀਜ਼। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ what is the difference between pandemic and epidemic? ਬੱਚੇ, ਐਪੀਡੈਮਿਕ ਹੋ ਗਈ ਮਹਾਮਾਰੀ, ਜਿਹੜੀ ਕਿ ਬਹੁਤ, ਜਿਵੇਂ ਅਸੀਂ ਕਹਿੰਦੇ ਆ ਕਿ 2-4 ਸ਼ਹਿਰਾਂ ਦੇ ਵਿੱਚ ਜਾਂ ਰਾਜ ਦੇ ਵਿੱਚ ਜਾਂ ਬੜੇ ਵੱਡੇ ਲੈਵਲ ਤੇ ਫੈਲ ਗਈ। ਪੈਂਡੈਮਿਕ ਹੁੰਦਾ ਹੈ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਅਰਾਊਂਡ ਦਾ ਗਲੋਬ ਫੈਲ ਗਈ। ਮਹਾਮਾਰੀ ਜਿਹਨੇ ਮਤਲਬ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ, ਯਾਨੀ ਕਿ ਪੂਰੇ ਵਿਸ਼ਵ ਪੱਧਰ ਤੇ ਲੋਕਾਂ ਨੂੰ ਹਾਰਮ ਕੀਤਾ ਹੈ, that is pandemic। ਓਕੇ ਮੈਮ, ਠੀਕ ਹੈ। ਹਾਂਜੀ ਹਾਂਜੀ, ਨੈਕਸਟ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ what is the meaning of transmission and viral? ਬੱਚੇ, ਟ੍ਰਾਂਸਮਿਸ਼ਨ ਮਤਲਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਿਸੇ ਚੀਜ਼ ਦਾ ਟ੍ਰਾਂਸਮਿਟ ਹੋ ਜਾਣਾ। ਟ੍ਰਾਂਸਮਿਸ਼ਨ, ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚ ਜਾਣਾ, ਟ੍ਰਾਂਸਮਿਸ਼ਨ। ਠੀਕ ਹੈ। what is the meaning of viral? ਬੱਚੇ, ਵਾਇਰਲ ਮਤਲਬ ਉਹ ਚੀਜ਼ ਜੋ ਵਾਇਰਸ ਨਾਲ ਰਿਲੇਟਡ ਹੈ। ਜਿਵੇਂ ਅਸੀਂ ਕਿਹਾ ਵਾਇਰਲ ਫੀਵਰ ਹੈ, ਯਾਨੀ ਉਹ ਫੀਵਰ ਜਿਹੜਾ ਵਾਇਰਸ ਦੀ ਵਜ੍ਹਾ ਨਾਲ ਹੋਇਆ, ਵਾਇਰਲ। ਥੈਂਕ ਯੂ। ਵਾਇਰਸ ਤੁਸੀਂ ਸਾਇੰਸ ਦੇ ਵਿੱਚ ਪੜਿਆ ਹੋਏਗਾ ਨਾ, ਵਾਇਰਸ ਹੁੰਦੇ ਆ, ਵਿਸ਼ਾਣੂ ਆਈ ਥਿੰਕ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ। ਤਾਂ ਜੋ ਬਿਮਾਰੀ ਵਾਇਰਸ ਨਾਲ ਹੋਈ ਹੋਵੇ ਉਹਨੂੰ ਵਾਇਰਲ ਕਿਹਾ ਜਾਂਦਾ ਹੈ। ਸੋ ਅਗਰ ਮੰਨ ਲਓ ਕਿਸੇ ਨੂੰ ਫੀਵਰ ਹੋਇਆ, ਬੁਖਾਰ ਹੋਇਆ, ਉਹ ਕਿਸੇ ਵਾਇਰਸ ਦੀ ਵਜ੍ਹਾ ਨਾਲ, ਤਾਂ ਅਸੀਂ ਕਹਾਂਗੇ ਵਾਇਰਲ ਫੀਵਰ ਹੈ। ਠੀਕ ਹੈ। ਤੁਸੀਂ ਪਲੀਜ਼ ਬੱਚਿਓ
ਵਾਇਰਸ ਔਰ ਬੈਕਟੀਰੀਆ ਦੇ ਵਿੱਚ ਤੁਸੀਂ ਕੀ ਡਿਫਰੈਂਸ ਹੈ ਤੁਸੀਂ ਆਪਣਾ ਫ੍ਰੀ ਟਾਈਮ 'ਚ ਜ਼ਰੂਰ ਚੈੱਕ ਕਰਿਓ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ। ਮੈਮ ਲੇਅਰ ਟਾਈਮ ਨੂੰ ਕੀ ਆਂਦੇ ਪੰਜਾਬੀ ਚ? ਹਾਂਜੀ ਲੇਅਰ ਟਾਈਮ। ਲੈਜਰ, LEISURE। ਯੈਸ ਮੈਮ। ਲੈਜਰ ਟਾਈਮ ਹੁੰਦਾ ਉਹ ਟਾਈਮ ਜਦੋਂ ਆਪਾਂ ਕਹਿੰਦੇ ਆ ਕਿ ਚਲੋ ਆਪਾਂ ਰਿਲੈਕਸ ਹੋ ਗਏ, ਜਿਵੇਂ ਅਸੀਂ ਕਹਿੰਦੇ ਆ ਨਾ ਕਿ ਵੀ ਫ੍ਰੀ ਆ ਹੁਣ, ਚਲੋ ਥੋੜੀ ਦੇਰ ਆਪਾਂ ਲੈਜਰ ਟਾਈਮ, ਵੇਲਾ ਟਾਈਮ ਅਸੀਂ ਕਹਿ ਸਕਦੇ ਆ। ਫ੍ਰੀ ਟਾਈਮ ਜਦੋਂ ਤੁਸੀਂ ਆਪਣੇ ਡਿਊਟੀਜ਼ ਤੋਂ ਫ੍ਰੀ ਹੋ ਜਾਂਦੇ ਹੋ ਉਹਨੂੰ ਅਸੀਂ ਲੈਜਰ ਟਾਈਮ ਕਹਿੰਦੇ ਆ, ਲੈਜਰ ਟਾਈਮ। ਹਾਂਜੀ ਨੈਕਸਟ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ what is the meaning of word diagnose? ਹਾਂਜੀ ਡਾਇਗਨੋਸ, ਡਾਇਗਨੋਸ ਹੁੰਦਾ ਜਦੋਂ ਅਸੀਂ ਇਹ ਚੈੱਕ ਕਰਦੇ ਹਾਂ ਕਿ ਕੋਈ ਬਿਮਾਰੀ ਹੈ, ਸਾਨੂੰ ਕਿਸ ਕਾਰਨ ਦੀ ਵਜ੍ਹਾ ਨਾਲ ਹੋਈ ਹੈ, ਡਾਇਗਨੋਸ ਕਰੋ, ਹੈ ਨਾ। ਜਿਵੇਂ ਅਸੀਂ ਕਹਿੰਦੇ ਆ ਉਹਨੂੰ ਬੁਖਾਰ ਹੈ ਤੇ ਅਸੀਂ ਡਾਇਗਨੋਸ ਕੀਤਾ ਕਿ ਉਹਨੂੰ ਬੁਖਾਰ ਦਾ ਕੀ ਕਾਰਨ ਹੈ, ਬਲੱਡ ਟੈਸਟ ਵਗੈਰਾ ਹੋਏ, ਉਸ ਤੋਂ ਪਤਾ ਚੱਲਿਆ ਕਿ ਉਹਦੇ ਪੇਟ ਵਿੱਚ ਇਨਫੈਕਸ਼ਨ ਸੀ, ਯਾਨੀ ਅਸੀਂ ਡਾਇਗਨੋਸ ਕੀਤਾ ਤਾਂ ਹੀ ਸਾਨੂੰ ਪਤਾ ਚੱਲਿਆ ਨਾ ਕਿ ਉਹਨੂੰ ਕਿਉਂ ਹੈ ਬਿਮਾਰੀ, ਠੀਕ ਹੈ। ਮੈਮ ਇੱਕ ਹਾਂਜੀ ਸਮਝ ਆਇਆ ਬੇਟੇ? ਦੱਸ ਦਿਓ ਜੀ। हाँ पीपी हो गई बच्चे, वो प्रोटेक्टिव किट है ना कि ਤੁਸੀਂ ਡਾਕਟਰਸ ਦੇ ਪਾਈ ਹੋਈ ਉਹ ਕੱਪੜੇ ਨਹੀਂ ਦੇਖੇ ਹੁੰਦੇ ਜਿਹੜੇ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਪਾਏ ਹੁੰਦੇ ਆ, ਤੁਸੀਂ ਦੇਖਿਆ ਹੋਏਗਾ ਇੱਕ ਸਪੈਸਿਫਿਕ ਹੈ ਨਾ, ਉਹ ਹੁੰਦੀ ਹੈ PPE। ਓਕੇ ਥੈਂਕ ਯੂ। ਹੈ ਨਾ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ, ਪਰਸਨਲ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਉਹਨਾਂ ਨੇ ਜੋ ਇਕਵਿਪਮੈਂਟਸ ਪਾਏ ਆ, ਜੋ ਚੀਜ਼ ਪਾਈ ਹੈ, that is PPE। ਹਾਂਜੀ any questions? ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ ਡਾਇਗਨੋਸ ਦਾ ਮੀਨਿੰਗ ਰਿਸਰਚ ਵੀ ਲਿਖ ਸਕਦੇ ਨਾ ਆਪਾਂ? ਕਹਿ ਸਕਦੇ ਹੋ ਬਟ ਐਕਚੁਅਲੀ ਜਿਹੜਾ ਡਾਇਗਨੋਸ ਆਪਾਂ ਕਹਿ ਸਕਦੇ ਹਾਂ ਅਸੀਂ ਕਿਸੇ ਇਹ ਵਧੀਆ ਤੁਸੀਂ ਵਰਡ ਦੱਸਿਆ ਕਿ ਜਦੋਂ ਅਸੀਂ ਕਿਸੇ ਬਿਮਾਰੀ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਤੇ ਜਿਹੜਾ ਰਿਸਰਚ ਹੈ ਨਾ ਬੱਚੇ, ਰਿਸਰਚ ਦਾ ਮਤਲਬ ਇਹ ਹੁੰਦਾ ਹੈ, ਮੰਨ ਲਓ ਤੁਸੀਂ ਕੋਈ ਪ੍ਰੋਬਲਮ ਲੱਭੀ ਕਿ ਸਾਡੇ ਸੁਸਾਇਟੀ ਦੇ ਵਿੱਚ ਕੁੜੀਆਂ ਨੂੰ ਵਧੀਆ ਕਿਉਂ ਨਹੀਂ ਸਮਝਿਆ ਜਾ ਰਿਹਾ, ਤਾਂ ਤੁਸੀਂ ਇਸ ਚੀਜ਼ ਨੂੰ ਡਾਇਗਨੋਸ ਕਰਦੇ ਹੋ ਕਿ ਹਾਂ ਇਹਨਾਂ ਨੂੰ, ਤਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਇਸ ਖਰਾਬੀ ਦਾ ਕੀ ਕਾਰਨ ਹੈ, that is diagnose। ਠੀਕ ਹੈ, ਰਿਸਰਚ ਅਲੱਗ ਚੀਜ਼ ਹੈ ਬਟ ਨੇੜੇ ਤੇੜੇ ਆਪਾਂ ਕਹਿ ਸਕਦੇ ਹਾਂ। ਡਾਇਗਨੋਸ ਹੁੰਦਾ ਹੈ ਕਿਸੇ ਬਿਮਾਰੀ ਦਾ ਕਾਰਨ ਲੱਭਣਾ ਹੈ, ਕਿਉਂ ਹੋ ਗਈ ਹੈ, ਠੀਕ ਹੈ, ਕੋਈ ਪ੍ਰੋਬਲਮ ਦਾ ਕਾਰਨ ਲੱਭਣਾ। ਓਕੇ ਮੈਮ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਹਾਂਜੀ ਬੇਟੇ। ਮੈਮ what is the difference between effect and effect? EFFEC. I got it. Effect is a noun ਜਿਹਦਾ ਮਤਲਬ ਹੁੰਦਾ ਹੈ ਅਸਰ। Effect means ਅਸਰ। Do you know what is the effect of this thing? ਅਸਰ। Affect ਹੁੰਦਾ ਹੈ ਅਸਰ ਕਰਨਾ। Like your words have affected me. ਤੁਹਾਡੇ words ਨੇ ਮੈਨੂੰ affect ਕਰਤਾ, ਅਸਰ ਕਰਨਾ। So one is a verb and the other is a noun. Effect noun ਹੈ, affect verb ਹੈ। Okay ma'am, thank you. Okay. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਇਹਦਾ ਪੁੱਛਣਾ ਸੀ ਜੀ ਮੈਮ, ਜਿਹੜੇ ਗੁਰੂ ਤੇਗ ਬਹਾਦਰ ਜੀ ਐਸੇ ਕੰਪੀਟੀਸ਼ਨ ਹੈ ਮੈਮ ਕਿਹੜੀ ਲੈਂਗੁਏਜ ਲਿਖਣਾ ਹੈ? ਬੱਚੇ I think you can write it in English, ਪੰਜਾਬੀ, ਹਿੰਦੀ। ਇਹ ਤੁਹਾਨੂੰ ਲਿਟਰੇਚਰ ਮੈਮ ਨੇ ਭੇਜਿਆ ਵੀ ਸੀ ਤੇ ਇਹ ਤੁਹਾਡੇ ਗਰੁੱਪ ਵਿੱਚ ਵੀ ਆਇਆ ਹੋਏਗਾ, ਤੇ ਉਹਦੇ ਵਿੱਚ I think ਤੁਸੀਂ ਹਿੰਦੀ, ਪੰਜਾਬੀ ਔਰ ਇੰਗਲਿਸ਼ ਤਿੰਨਾਂ ਭਾਸ਼ਾਵਾਂ ਵਿੱਚ ਸੈਂਡ ਕਰ ਸਕਦੇ ਹੋ I think। ਓਕੇ ਮੈਮ, ਥੈਂਕ ਯੂ ਮੈਮ। ਓਕੇ ਜੀ, ਓਕੇ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਸਵਾਲ ਵੀ ਪੁੱਛੇ ਹੈ, ਤੇ ਜਿੰਨਾ ਵੱਧ ਪੁੱਛਾਂਗੇ ਉਨਾ ਵੱਧ ਸਿੱਖਾਂਗੇ। ਸੋ ਸਾਰੇ ਬੱਚੇ ਜਿਨ੍ਹਾਂ ਨੇ ਕੈਂਪ ਅਟੈਂਡ ਕੀਤਾ ਹੈ, ਤੇ ਅੱਜ ਦੇ ਬੁਲਾਰੇ YC ਬਹਾਦਰ ਸਿੰਘ ਵੀਰ ਜੀ, ਭੈਣ ਜੀ ਕੁਲਵੰਤ ਕੌਰ ਪ੍ਰਿੰਸੀਪਲ ਮੈਡਮ, ਦੋਨਾਂ ਦਾ ਹੀ ਤੇ ਸਾਰੇ ਬੱਚਿਆਂ ਦਾ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਜਾਪ ਸੇਵਾ ਜਾਂ ਕੀਰਤਨ ਸੇਵਾ ਲੈਣੀ ਹੈ ਉਹ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਜੀ। ਸੋ ਅੱਜ ਦੇ ਕੈਂਪ ਵਿੱਚ ਹਾਜ਼ਰੀ ਭਰਨ ਲਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।